ਤੁਹਾਡਾ ਵੀ ਡਾਕਟਰ ਹਰੀਸ਼ ਮਲਹੋਤਰਾ ਅੱਜ ਫੇਰ ਤੁਹਾਡੇ ਲਈ ਤੁਹਾਡਾ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਇਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਆਪਣੀ ਕਿਤਾਬ ਵਿੱਚੋਂ ਕੋਈ ਨਾ ਕੋਈ ਲੇਖ ਪੜ੍ਹਦਾ ਜਿਹੜਾ ਕਿ ਕਿਸੇ ਜੀਵਨੀ ਨਾਲ ਕੰਸਰਨ ਹੋ ਸਕਦਾ, ਜਿਹੜੇ ਕਿਸੇ ਮਹਾਨ ਸਾਇੰਸਦਾਨ ਦੀ ਜੀਵਨੀ ਹੋਵੇ ਜਾਂ ਕਿਸੇ ਹੋਰ ਮਹਾਨ ਪੁਰਸ਼ ਦੀ ਜੀਵਨੀ ਹੁੰਦੀ ਜਾਂ ਉੱਤੇ ਆਪਾਂ ਡਿਸਕਸ਼ਨ ਕਰਦੇ ਹਾਂ, ਜਾਣ ਕੇ ਕੋਈ ਇਹੋ ਜਿਹਾ ਮਸਲਾ ਆਪਣੀ ਕਿਤਾਬ ਦੇ ਵਿੱਚੋਂ ਲੈ ਕੇ ਆਉਣਾ, ਜਾਣ ਕੇ ਜਾਂ ਆਪਣੇ ਲੇਖਾਂ ਵਿੱਚੋਂ ਜਿਹੜਾ ਕਿ ਰੀਸੈਂਟਲੀ ਕੋਈ ਲੇਖ ਲਿਖਿਆ ਹੁੰਦਾ ਅਤੇ ਉਹ ਜਿਹੜਾ ਤੁਹਾਡੇ ਨਾਲ ਮੇਰੇ ਨਾਲ ਅਤੇ ਆਪਣੇ ਸਾਰੇ ਸਮਾਜ ਨਾਲ ਸੰਬੰਧਿਤ ਹੁੰਦਾ, ਉਹਦੇ ਬਾਰੇ ਮੈਂ ਪੜ੍ਹਦਾ ਅਤੇ ਫਿਰ ਟੈਲੀਫੋਨ ਦੇ ਰਾਹੀਂ ਤੁਹਾਡੇ ਨਾਲ ਇੱਕ ਸੰਵਾਦ, ਤੁਹਾਡੇ ਨਾਲ ਇੱਕ ਡਿਸਕੋਰਸ, ਤੁਹਾਡੇ ਨਾਲ ਇੱਕ ਡਿਸਕਸ਼ਨ ਰਚਾਉਣ ਦੀ ਕੋਸ਼ਿਸ਼ ਕਰਦਾ। ਅਤੇ ਉਹਦੇ ਡਿਸਕਸ਼ਨ ਰਚਾਉਣ ਦੇ ਲਈ ਜਿਹੜਾ ਨੰਬਰ ਹੈਗਾ, ਜਿਸ ਤਰ੍ਹਾਂ ਸਕਰੀਨ ਦੇ ਥੱਲੇ ਵੀ ਆ ਰਿਹਾ ਹੈਗਾ, 0300 770 2246 ਹੈ। ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਇਹੋ ਜਿਹਾ ਮਸਲੇ ਲੈ ਕੇ ਆਉਣਾ ਜਿਹੜੇ ਤੁਹਾਡੇ ਨਾਲ ਮੇਰੇ ਨਾਲ ਅਤੇ ਆਪਣੇ ਸਾਰੇ ਸਮਾਜ ਦੇ ਨਾਲ ਸੰਬੰਧਿਤ ਹੁੰਦੇ ਆ, ਅਤੇ ਤੁਹਾਡੀ ਸ਼ਮੂਲੀਅਤ, ਤੁਹਾਡੀ ਸ਼ਿਰਕਤ ਦੇ ਨਾਲ ਹੀ ਇਹ ਪ੍ਰੋਗਰਾਮ ਜਿਹੜਾ ਬੁਲੰਦੀਆਂ 'ਤੇ ਪਹੁੰਚਦਾ। ਅਤੇ ਮੈਂ ਅੱਜ ਵੀ ਜਿਹੜਾ ਹੈਗਾ ਆਸ ਕਰਦਾ ਕਿ ਤੁਸੀਂ ਅੱਜ ਵੀ ਇਹਦੇ ਵਿੱਚ ਭਰਪੂਰ ਜਿਹੜੀ ਹੈਗੀ ਹੈ ਸ਼ਿਰਕਤ ਕਰੋਗੇ, ਤਾਂ ਕਿ ਆਪਾਂ ਇਸ ਮਸਲੇ ਬਾਰੇ ਪੂਰੀ ਤਰ੍ਹਾਂ ਡਿਸਕਸ਼ਨ ਕਰ ਸਕੀਏ। ਮੈਂ ਮੈਨੇਜਮੈਂਟ ਕਮੇਟੀ ਦਾ ਵੀ ਅਤੇ ਆਪਣੇ ਟੈਕਨੀਸ਼ੀਅਨ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ, ਅਤੇ ਕਾਂਚੀ ਟੈਲੀਵਿਜ਼ਨ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਇਹ ਪਲੇਟਫਾਰਮ ਦਿੱਤਾ ਹੈਗਾ, ਤੁਹਾਨੂੰ ਅਤੇ ਮੈਨੂੰ ਇੱਕ ਦੂਜੇ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈਗਾ। ਅਤੇ ਇਹ ਤਾਂ ਹੀ ਆਪਾਂ ਨੂੰ ਮੌਕਾ ਪ੍ਰਦਾਨ ਹੋ ਸਕਦਾ ਜੇ ਆਪਾਂ ਕਾਂਚੀ ਟੈਲੀਵਿਜ਼ਨ ਦੀ ਜਿਹੜੀ ਆ ਸਹਾਇਤਾ ਕਰਦੇ ਰਹੀਏ। ਅਤੇ ਉਹਦੇ ਲਈ ਜਿਹੜਾ ਹੈਗਾ ਤੁਸੀਂ ਕੋਈ ਘਰ ਵਿੱਚ ਖੁਸ਼ੀ ਹੋ ਰਹੀ ਉਹ ਵੀ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਆ, ਜਾਂ ਕਿਸੇ ਦਾ ਬਰਥਡੇ ਹੈ, ਜਾਂ ਕਿਸੇ ਦੀ ਮੈਰਿਜ ਐਨੀਵਰਸਰੀ ਹੈਗੀ ਆ, ਜਾਂ ਜਾਣੀ ਕਿ ਤੁਹਾਡੀ ਹੋਰ ਕੋਈ ਖੁਸ਼ੀ ਦਾ ਮਾਹੌਲ ਹੈਗਾ, ਕੋਈ ਵਿਆਹ ਦਾ ਜਾਣੀ ਕਿ ਰਸਮ ਹੈਗੀ, ਤੁਸੀਂ ਉਹ ਵੀ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੈਗੇ ਆ, ਤਾਂ ਅਸੀਂ ਜਾਣੀ ਕਿ ਬੜੇ ਨੋਮੀਨਲ ਪ੍ਰਾਈਸਿਸ 'ਤੇ ਜਿਹੜਾ ਹੈਗਾ ਤੁਹਾਨੂੰ ਅਸੀਂ ਜਿਹੜਾ ਹੈਗਾ ਸਾਰੇ ਲੋਕਾਂ ਨਾਲ ਤੁਹਾਡੀ ਖੁਸ਼ੀ ਜਾਣੀ ਕਿ ਸਾਂਝੀ ਕਰ ਸਕਦੇ ਹਾਂ। ਅਤੇ ਉਹਦੇ ਲਈ ਨੰਬਰ ਜਿਹੜਾ ਹੈਗਾ ਉਹ ਸੇਮ ਨੰਬਰ ਹੈਗਾ 0300 770 2246। ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਹਾਂ ਤਾਂ ਫਿਰ ਜਿਹੜਾ ਹੈਗਾ ਇੰਟਰਨੈਸ਼ਨਲ ਕੋਡ ਲਾਉਣ ਤੋਂ ਬਾਅਦ 44 ਅਤੇ ਫਿਰ ਜਿਹੜਾ 300 770 2246 ਨੰਬਰ ਤੁਹਾਨੂੰ ਘੁਮਾਉਣਾ ਪਊਗਾ। ਅਤੇ ਦੋ ਜਾਣੀ ਕਿ ਅਨਾਊਂਸਮੈਂਟਾਂ ਮੈਂ ਕਰਨੀ ਹੈਗੀ। ਇੱਕ ਤਾਂ ਅੱਜ 14 ਅਗਸਤ ਹੈਗਾ, ਪਾਕਿਸਤਾਨ ਦਾ ਜਿਹੜਾ ਹੈਗਾ ਉਹ ਆਜ਼ਾਦੀ ਦਿਨ ਹੈਗਾ, ਆਜ਼ਾਦੀ ਦਿਵਸ ਹੈਗਾ, ਉਹਨਾਂ ਨੂੰ ਬਹੁਤ ਸਾਰੀਆਂ ਵਧਾਈਆਂ। ਅਤੇ ਕੱਲ੍ਹ ਨੂੰ ਇੰਡੀਆ ਦਾ ਜਿਹੜਾ ਆਜ਼ਾਦੀ ਦਿਵਸ ਹੈਗਾ 15 ਅਗਸਤ, ਜਦੋਂ ਆਪਾਂ ਨੂੰ ਜਿਹੜੀ ਸੀਗੀ ਬ੍ਰਿਟਿਸ਼ ਸਾਮਰਾਜ ਤੋਂ ਜਿਹੜੀ ਸੀ ਆਜ਼ਾਦੀ ਸੀ ਮਿਲੀ। ਅਤੇ ਦੋਨਾਂ ਮੁਲਕਾਂ ਦੇ ਵਸਿੰਦਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਜਿਹੜੀ ਹੈਗੀਆਂ ਵਧਾਈਆਂ। ਅਤੇ ਆਸ ਕਰਦਾ ਕਿ ਸਾਡਾ ਮੁਲਕ ਜਿਹੜਾ ਹੈਗਾ ਦੋਨੇ ਇਹ ਸਾਡੇ ਮੁਲਕ ਜਿਹੜੇ ਆ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਬਣਾਈ ਰੱਖਣਗੇ ਅਤੇ ਆਉਂਦੇ ਸਮੇਂ ਦੇ ਵਿੱਚ ਬਹੁਤ ਵੱਡੀ ਤਰੱਕੀ ਕਰਨਗੇ। ਅਤੇ ਦੂਸਰੀ ਅਨਾਊਂਸਮੈਂਟ ਜਿਹੜੀ ਮੈਂ ਕਰਨੀ ਸੀ ਉਹ ਇਹ ਹੈ ਵੀ ਜਿਹੜਾ ਇੱਥੇ ਕਾਂਚੀ ਟੈਲੀਵਿਜ਼ਨ ਜਿਹੜਾ ਹੈਗਾ ਇਹਦੀ 6 ਸਾਲਾ ਜਿਹੜੀ ਓਪਨਿੰਗ ਸੈਰੇਮਨੀ ਹੈਗੀ 24 ਆਵਰਸ ਇਹਨੂੰ ਚੱਲਦੇ ਨੂੰ 20 ਅਗਸਤ ਨੂੰ ਅਗਲੇ ਹਫ਼ਤੇ ਸੰਡੇ ਇੱਥੇ ਜਾਣੀ ਕਿ ਮਨਾਈ ਜਾ ਰਹੀ ਹੈਗੀ, ਜਿਹਦੇ ਵਿੱਚ 108 ਸੰਤ ਨਰਿੰਦਰ ਦਾਸ ਜੀ ਮਹਾਰਾਜ ਵੀ ਆਉਣਗੇ। ਅਤੇ ਇਹਦੇ ਵਿੱਚ ਜਾਣੀ ਕਿ ਸਵੇਰ ਨੂੰ 7 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜਾ ਹੈਗਾ ਇਹ ਸਾਡੇ ਇੱਥੇ ਪ੍ਰੋਗਰਾਮ ਹੈਗਾ। ਅਤੇ ਇਹ ਪ੍ਰੋਗਰਾਮ ਜਿਹੜਾ ਹੈਗਾ ਉਹ ਕਾਂਚੀ ਸਟੂਡੀਓ ਵਿੱਚ ਹੀ ਹੈਗਾ। ਕਾਂਚੀ ਸਟੂਡੀਓ ਦਾ ਨੰਬਰ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਹੀ ਹੈ, 1st ਫਲੋਰ ਹਾਰਬਿਲਜ਼ ਇੰਡਸਟਰੀਅਲ estate, ਹਾਰਬਿਲਜ਼ ਹਾਥੋਰਨ ਹਿਲ ਟੌਪ, ਅਤੇ ਵੈਸਟ ਬ੍ਰਾਮਚ B700 ST। ਅਤੇ ਟੈਲੀਫੋਨ ਨੰਬਰ ਜਿਹੜਾ ਹੈਗਾ ਉਹ ਸੇਮ ਹੈਗਾ 0300 770 2246। ਤੁਸੀਂ ਇਹ ਨੰਬਰ ਘੁਮਾ ਕੇ ਜਿਹੜੀਆਂ ਹੋਰ ਡਿਟੇਲਸ ਹੈਗੀਆਂ ਉਹ ਲੈ ਸਕਦੇ ਹੈਗੇ ਆ। ਅਤੇ ਜਿਹੜਾ ਮੈਂ ਅੱਜ ਜਿਹੜਾ ਹੈਗਾ ਤੁਹਾਡਾ ਮਸਲਾ ਸਾਂਝੀ ਕਰਨਾ ਹੈਗਾ ਉਹਦੇ ਬਾਰੇ ਦੱਸਦਾ। ਅਤੇ ਅੱਜ ਆਪਾਂ ਨਵੀਂ ਕਿਤਾਬ ਜਿਹੜੀ ਮੇਰੀ ਹੈਗੀ ਹੈ ਬੱਚੇ ਜਿਹੜਾ ਨਾਂ ਹੈਗਾ ਉਹ ਸ਼ੁਰੂ ਕਰਾਂਗੇ। ਜਿਹੜੀ ਦੂਸਰੀ ਕਿਤਾਬ ਸੀਗੀ ਵਿਗਿਆਨੀ ਬਾਬੇ, ਉਹਦੇ ਵਿੱਚੋਂ ਵੀ ਜਿਹੜਾ ਜਦੋਂ ਕਿਸੇ ਮਹਾਨ ਸ਼ਖਸੀਅਤ ਦਾ ਜਨਮ ਦਿਨ ਜਾਣੀ ਕਿ ਜਾਂ ਸਾਡੇ ਤੋਂ ਵਿਛੋੜਾ ਦਿਨ ਜਾਣੀ ਕਿ ਆਉਂਦਾ ਹੈਗਾ, ਅਤੇ ਉਦੋਂ ਆਪਾਂ ਉਹਦੇ ਵਿੱਚੋਂ ਵੀ ਜਿਹੜਾ ਹੈਗਾ ਲੇਖ ਕੋਈ ਨਾ ਕੋਈ ਪੜ੍ਹਦੇ ਰਹਾਂਗੇ। ਅਤੇ ਨਾਲ ਦੀ ਨਾਲ ਜਾਣੀ ਕਿ ਜਦੋਂ ਕੋਈ ਮੈਂ ਨਵਾਂ ਲੇਖ ਲਿਖਿਆ ਜਿਹੜਾ ਮੈਂ ਸਮਝਦਾ ਰੈਲੀਵੈਂਟ ਹੈ ਉਹ ਵੀ ਆਪਾਂ ਜਿਹੜਾ ਹੈਗਾ ਪੜ੍ਹਦੇ ਰਹਾਂਗੇ। ਅਤੇ ਜ਼ਿਆਦਾ ਸਮਾਂ ਨਾ ਮੈਂ ਜਿਹੜਾ ਹੈਗਾ ਜਿਹੜਾ ਬਰਬਾਦ ਕਰਦਾ ਹੋਇਆ ਜਾਂ ਕਿ ਖਰਚ ਕਰਦਾ ਹੋਇਆ, ਮੈਂ ਤੁਹਾਡੇ ਨਾਲ ਇਹ ਲੇਖ ਪਹਿਲਾਂ ਛੋਟਾ ਜਿਹਾ ਪੜ੍ਹਦਾ ਜਿਹੜਾ ਕਿ ਅੱਜ ਦੇ ਸੰਦਰਭ ਦੇ ਵਿੱਚ ਮੈਂ ਸਮਝਦਾ ਬਹੁਤ ਹੀ ਰੈਲੀਵੈਂਟ ਹੈ। ਜੋ ਕੁਛ ਇਸ ਮੁਲਕ ਵਿੱਚ ਹੋ ਰਿਹਾ ਜਾਂ ਹੋਰ ਨਾ ਬਾਕੀ ਮੁਲਕਾਂ ਵਿੱਚ, ਆਪਣੇ ਮੁਲਕਾਂ ਵਿੱਚ ਵੀ ਅਤੇ ਬਾਕੀ ਦੁਨੀਆ ਵਿੱਚ ਵੀ, ਯਾਨੀ ਕਿ ਜੋ ਹੋ ਰਿਹਾ ਹੈਗਾ ਉਹਦੇ ਨਾਲ ਇਹ ਕੰਸਰਨਡ ਹੈਗਾ। ਅਤੇ ਇਸ ਲੇਖ ਦਾ ਜਿਹੜਾ ਨਾਂ ਹੈਗਾ ਮੈਂ ਲਿਖਿਆ ਧਰਨੇ ਅਤੇ ਰੋਸ ਮੁਜ਼ਾਹਰੇ। ਕੀ ਧਰਨੇ ਅਤੇ ਮੁਜ਼ਾਹਰੇ ਕਿਸੇ ਸਮੱਸਿਆ ਦਾ ਹੱਲ ਕਰਦੇ ਹਨ? ਇਹ ਸਵਾਲ ਕਈ ਲੋਕਾਂ ਦੇ ਦਿਮਾਗ ਵਿੱਚ ਆਮ ਆ ਜਾਂਦਾ ਹੈ, ਪਰ ਜਦ ਇਤਿਹਾਸ ਨੂੰ ਧਿਆਨ ਨਾਲ ਦੇਖਿਆ ਜਾਂਦਾ ਹੈ ਤਾਂ ਇਹ ਸਾਫ਼ ਪਤਾ ਲੱਗਦਾ ਹੈ ਕਿ ਅਗਰ ਕੋਈ ਧੋਖਾਧੜੀ ਜਾਂ ਬੇਇਨਸਾਫੀ ਹੋ ਰਹੀ ਹੈ ਅਤੇ ਉਹਦੇ ਖਿਲਾਫ ਕੋਈ ਆਵਾਜ਼ ਨਹੀਂ ਉਠਾਉਂਦਾ ਤਾਂ ਉਹ ਹਾਲਾਤ ਕਦੇ ਨਹੀਂ ਬਦਲਦੇ। ਜੋ ਵੀ ਇਤਿਹਾਸ ਵਿੱਚ ਤਬਦੀਲੀਆਂ ਆਈਆਂ ਹਨ
ਅਤੇ ਉਹਨਾਂ ਹਾਲਾਤ ਖਿਲਾਫ ਜਦੋਜਹਿਦ ਕਰਕੇ ਹੀ ਆਈਆਂ ਹਨ ਅਤੇ ਇਸ ਕੰਮ ਲਈ ਬਹੁਤ ਸਾਰੇ ਲੋਕਾਂ ਨੂੰ ਜਾਨ ਤੋਂ ਵੀ ਹੱਥ ਧੋਣੇ ਪਏ ਹਨ। ਮਿਸਾਲ ਦੇ ਤੌਰ 'ਤੇ ਟਿਊਨੀਸ਼ੀਆ ਦਾ ਰਹਿਣ ਵਾਲਾ ਮੁਹੰਮਦ ਬouazizi 26 ਸਾਲਾਂ ਦਾ ਸੀ ਅਤੇ 17 ਦਸੰਬਰ 2010 ਨੂੰ ਉਸ ਦੇ ਸਬਰ ਦਾ ਪਿਆਲਾ ਟੁੱਟ ਗਿਆ। ਮੁਹੰਮਦ ਫਲਾਂ ਦੀ ਰੇਹੜੀ ਲਾਉਂਦਾ ਸੀ ਅਤੇ ਉਹ ਇਸ ਗੱਲ ਤੋਂ ਨਿਰਾਸ਼ ਸੀ ਕਿ ਉਸ ਨੂੰ ਕੋਈ ਹੋਰ ਵਧੀਆ ਕੰਮ ਨਹੀਂ ਸੀ ਮਿਲ ਰਿਹਾ। ਉਹ ਇਸ ਗੱਲ ਤੋਂ ਵੀ ਦੁਖੀ ਸੀ ਕਿ ਅਧਿਕਾਰੀ ਲੋਕਾਂ ਤੋਂ ਰਿਸ਼ਵਤ ਲੈਂਦੇ ਸਨ। ਉਸ ਦਿਨ ਪੁਲਿਸ ਇੰਸਪੈਕਟਰਾਂ ਨੇ ਮੁਹੰਮਦ ਤੋਂ ਸਾਰੀਆਂ ਨਾਸ਼ਪਾਤੀਆਂ, ਕੇਲੇ ਅਤੇ ਸੇਬ ਖੋਹ ਲਏ। ਜਦੋਂ ਉਹਨਾਂ ਨੇ ਉਸ ਦੀ ਤਕੜੀ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਇਸ ਦਾ ਵਿਰੋਧ ਕੀਤਾ ਅਤੇ ਕਈ ਕਹਿੰਦੇ ਹਨ ਕਿ ਇੱਕ ਮਹਿਲਾ ਪੁਲਿਸ ਆਫੀਸਰ ਨੇ ਉਸ ਦੇ ਥੱਪੜ ਵੀ ਕੱਢ ਮਾਰਿਆ। ਸ਼ਰਮ ਦਾ ਮਾਰਿਆ ਅਤੇ ਗੁੱਸੇ ਨਾਲ ਭਰਿਆ ਮੁਹੰਮਦ ਸ਼ਿਕਾਇਤ ਦਰਜ ਕਰਾਉਣ ਲਈ ਨੇੜੇ ਦੇ ਸਰਕਾਰੀ ਦਫ਼ਤਰ ਵਿੱਚ ਗਿਆ, ਪਰ ਉੱਥੇ ਉਸ ਦੀ ਕਿਸੇ ਨੇ ਗੱਲ ਨਹੀਂ ਸੁਣੀ। ਦਫ਼ਤਰ ਦੇ ਬਾਹਰ ਖੜ੍ਹ ਕੇ ਉਸਨੇ ਉੱਚੀ ਆਵਾਜ਼ ਵਿੱਚ ਕਿਹਾ, ਮੈਂ ਹੁਣ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਤੋਰਾਂ। ਆਪਣੇ ਉੱਤੇ ਪੈਟਰੋਲ ਛਿੜਕ ਕੇ ਉਸਨੇ ਆਪਣੇ ਆਪ ਨੂੰ ਅੱਗ ਲਾ ਲਈ। ਜ਼ਖਮਾਂ ਦੀ ਤਾਬ ਨਾ ਚੱਲਣ ਕਰਕੇ 3 ਹਫ਼ਤਿਆਂ ਦੇ ਅੰਦਰ ਅੰਦਰ ਉਹ ਮਰ ਗਿਆ। ਮੁਹੰਮਦ ਬouazizi ਦੀ ਖਬਰ ਨਾ ਸਿਰਫ ਟਿਊਨੀਸ਼ੀਆ ਵਿੱਚ ਪਰ ਦੂਰ ਦੂਰ ਤੱਕ ਫੈਲ ਗਈ। ਮੰਨਿਆ ਜਾਂਦਾ ਹੈ ਕਿ ਇਸ ਚਿੰਗਾਰੀ ਕਰਕੇ ਲੋਕਾਂ ਨੇ ਰੋਸ ਮੁਜ਼ਾਹਰੇ ਕੀਤੇ ਅਤੇ ਇਸ ਨਾਲ ਦੇਸ਼ ਦੀ ਸਰਕਾਰ ਦਾ ਤਖਤਾ ਪਲਟ ਗਿਆ। ਇਸ ਘਟਨਾ ਕਰਕੇ ਹੋਰ ਅਰਬ ਦੇਸ਼ਾਂ ਵਿੱਚ ਵੀ ਰੋਸ ਮੁਜ਼ਾਹਰੇ ਹੋਏ। ਯੂਰਪੀ ਪਾਰਲੀਮੈਂਟ ਨੇ ਮੁਹੰਮਦ ਬouazizi ਅਤੇ 4 ਹੋਰਾਂ ਨੂੰ 2011 ਵਿੱਚ ਸਾਖਰੋਵ ਨਾਂ ਦਾ ਇਨਾਮ ਦਿੱਤਾ। ਉਸੇ ਸਾਲ ਲੰਡਨ ਵਿੱਚ ਦਾ ਟਾਈਮਜ਼ ਅਖਬਾਰ ਨੇ ਉਸ ਨੂੰ 2011 ਦੀ ਮਸ਼ਹੂਰ ਹਸਤੀ ਕਿਹਾ। ਆਓ ਉਹਨਾਂ ਕਾਰਨਾਂ ਬਾਰੇ ਗੱਲ ਕਰੀਏ ਜਿਸ ਕਰਕੇ ਧਰਨੇ ਦਿੱਤੇ ਜਾਂਦੇ ਹਨ ਅਤੇ ਮੁਜ਼ਾਹਰੇ ਕੀਤੇ ਜਾਂਦੇ ਹਨ। ਸਰਕਾਰ ਤੋਂ ਨਾਰਾਜ਼ਗੀ। ਜਦੋਂ ਲੋਕਾਂ ਨੂੰ ਲੱਗਦਾ ਹੈ ਕਿ ਦੇਸ਼ ਦੀ ਆਰਥਿਕ ਹਾਲਤ ਠੀਕ ਹੈ ਅਤੇ ਸਰਕਾਰ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ ਤਾਂ ਲੋਕ ਖੁਸ਼ ਹੁੰਦੇ ਹਨ ਅਤੇ ਲੋਕ ਸਰਕਾਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ। ਦੂਜੇ ਪਾਸੇ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਸਰਕਾਰੀ ਲੋਕ ਬੇਇਨਸਾਫੀ ਜਾਂ ਭ੍ਰਿਸ਼ਟਾਚਾਰ ਕਰਦੇ ਹਨ ਅਤੇ ਸਿਰਫ ਅਮੀਰ ਜਾਂ ਵੱਡੇ ਲੋਕਾਂ ਦਾ ਪੱਖ ਲੈਂਦੇ ਹਨ ਤਾਂ ਲੋਕ ਧਰਨੇ ਦੇਣ ਲਈ ਤਿਆਰ ਹੋ ਜਾਂਦੇ ਹਨ ਅਤੇ ਮੁਜ਼ਾਹਰੇ ਕਰਦੇ ਹਨ। ਉਹਨਾਂ ਸਰਕਾਰੀ ਪਾਲਿਸੀਆਂ ਅਤੇ ਫੈਸਲਿਆਂ ਵਿਰੁੱਧ ਵੀ ਮੁਜ਼ਾਹਰੇ ਕੀਤੇ ਜਾਂਦੇ ਹਨ ਅਤੇ ਧਰਨੇ ਦਿੱਤੇ ਜਾਂਦੇ ਹਨ ਜਦੋਂ ਲੋਕਾਂ ਨੂੰ ਮਹਿਸੂਸ ਹੋਵੇ ਕਿ ਇਹ ਸਰਕਾਰ ਧੱਕਾ ਕਰਦੀ ਹੈ ਅਤੇ ਗਲਤ ਹੈ, ਕਿ ਇਹ ਸਰਾਸਰ ਧੱਕਾ ਹੈ ਅਤੇ ਗਲਤ ਹੈ। ਮਿਸਾਲ ਦੇ ਤੌਰ 'ਤੇ ਜਦ ਬਰਤਾਨਵੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਇਹ ਝੂਠ ਪ੍ਰਚਾਰ ਕਰਕੇ ਆਪਣੀ ਗੱਲ ਪਾਰਲੀਮੈਂਟ ਤੋਂ ਮਨਵਾ ਲਈ ਕਿ ਇਰਾਕ ਦੇ ਪ੍ਰਧਾਨ ਸਾਦਮ ਹੁਸੈਨ ਕੋਲ ਬਹੁਤ ਸਾਰੇ ਮਾਰੂ ਹਥਿਆਰ ਹਨ ਅਤੇ ਬਰਤਾਨੀਆ ਨੂੰ ਅਮਰੀਕਾ ਦਾ ਸਾਥ ਦੇ ਕੇ ਇਰਾਕ ਉੱਤੇ ਹਮਲਾ ਕਰਨਾ ਚਾਹੀਦਾ ਹੈ, ਤਾਂ ਲੱਖਾਂ ਲੋਕੀ ਸੜਕਾਂ ਉੱਤੇ ਉਤਰ ਆਏ ਅਤੇ ਉਹਨਾਂ ਇਸ ਫੈਸਲੇ ਖਿਲਾਫ ਮੁਜ਼ਾਹਰੇ ਕੀਤੇ। ਕਈ ਕੈਬਨਿਟ ਮਿਨਿਸਟਰਾਂ ਨੇ ਰੋਸ ਵਜੋਂ ਅਸਤੀਫੇ ਵੀ ਦੇ ਦਿੱਤੇ। ਭਾਵੇਂ ਲੋਕੀ ਇਸ ਹਮਲੇ ਨੂੰ ਰੋਕਣ ਵਿੱਚ ਕਾਮਯਾਬ ਨਹੀਂ ਹੋਏ, ਪਰ ਉਹਨਾਂ ਇਸ ਝੂਠ ਅਤੇ ਬੇਇਨਸਾਫੀ ਖਿਲਾਫ ਹਾਂ ਦਾ ਨਾਅਰਾ ਜ਼ਰੂਰ ਮਾਰਿਆ। ਇਸ ਹਮਲੇ ਕਰਕੇ ਲੱਖਾਂ ਦੀ ਤਾਦਾਦ ਵਿੱਚ ਇਰਾਕੀ ਲੋਕ ਮਾਰੇ ਗਏ ਅਤੇ ਮੁਲਕ ਖੜਖੜੀਆਂ ਹੋ ਕੇ ਰਹਿ ਗਿਆ। ਇੱਕ ਘੁੱਗ ਵੱਸਦਾ ਮੁਲਕ ਗਰੀਬੀ ਦੀ ਹਾਲਤ ਵਿੱਚ ਆ ਗਿਆ। ਇਹੋ ਜਿਹੀ ਹਾਹਾਕਾਰ ਉਸ ਵੇਲੇ ਮਚੀ ਸੀ ਜਦ ਅਮਰੀਕਾ ਨੇ ਬੇਤਹਾਸ਼ਾ ਬੰਬ ਵੀਅਤਨਾਮ ਉੱਪਰ ਸੁੱਟੇ ਸਨ ਅਤੇ ਦੁਨੀਆ ਭਰ ਵਿੱਚ ਲੋਕਾਂ ਨੇ ਇਸ ਭਿਆਨਕ ਜੰਗ ਖਿਲਾਫ ਮੁਜ਼ਾਹਰੇ ਕੀਤੇ ਸਨ। ਸਾਊਥ ਅਫਰੀਕਾ ਵਿੱਚ ਕਾਲਿਆਂ ਨਾਲ ਹੁੰਦੇ ਵਿਤਕਰੇ ਦੇ ਖਿਲਾਫ ਵੀ ਕਈ ਲੋਕਾਂ ਨੇ ਮੁਜ਼ਾਹਰੇ ਕਰਕੇ ਅਤੇ ਧਰਨੇ ਦੇ ਕੇ ਜਾਨਾਂ ਦਿੱਤੀਆਂ ਅਤੇ ਦੁਨੀਆ ਭਰ ਦੇ ਇਨਸਾਫ ਪਸੰਦ ਲੋਕਾਂ ਦੇ ਦਬਾਅ ਨੇ ਵੀ ਉਹਨਾਂ ਨੂੰ ਆਜ਼ਾਦੀ ਦਿਵਾਉਣ ਵਿੱਚ ਮਦਦ ਕੀਤੀ। ਕੋਈ ਘਟਨਾ ਵਾਪਰਨੀ, ਕਈ ਵਾਰ ਕੋਈ ਘਟਨਾ ਵਾਪਰਦੀ ਹੈ ਜਿਸ ਕਰਕੇ ਲੋਕ ਕੁਝ ਕਰਨ ਲਈ ਉਕਸਾਏ ਜਾਂਦੇ ਹਨ। ਮਿਸਾਲ ਲਈ ਮੁਹੰਮਦ ਬouazizi ਦੀ ਖਬਰ ਸੁਣ ਕੇ ਟਿਊਨੀਸ਼ੀਆ ਵਿਚਲੇ ਲੋਕ ਸੜਕਾਂ ਉੱਤੇ ਉਤਰ ਆਏ। ਭਾਰਤ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਸ਼ੁਰੂ ਕਰਨ ਵਾਲੇ ਅੰਨਾ ਹਜ਼ਾਰੇ ਨੇ ਭੁੱਖ ਹੜਤਾਲ ਕੀਤੀ। 450 ਸ਼ਹਿਰਾਂ ਅਤੇ ਪਿੰਡਾਂ ਵਿੱਚ ਲੋਕਾਂ ਨੇ ਉਸ ਦਾ ਸਾਥ ਦਿੱਤਾ। ਇਤਿਹਾਸ ਦੀਆਂ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਜਿੱਥੇ ਲੋਕਾਂ ਨੇ ਜਾਨਾਂ ਵਾਰ ਦਿੱਤੀਆਂ, ਜਿਵੇਂ ਭਾਰਤ ਦੀ ਆਜ਼ਾਦੀ ਦੀ ਲੜਾਈ ਵੇਲੇ ਰੋਲਟ ਐਕਟ ਖਿਲਾਫ ਮੁਜ਼ਾਹਰੇ, ਆਜ਼ਾਦੀ ਦੀ ਲੜਾਈ ਕਰਕੇ ਬੇਇਨਸਾਫੀਆਂ ਅਤੇ ਤਸ਼ੱਦਦ ਖਿਲਾਫ ਮੁਜ਼ਾਹਰੇ ਅਤੇ ਧਰਨੇ ਅਤੇ ਹਿੰਸਕ ਕਾਰਵਾਈਆਂ ਅਤੇ 2020-21 ਵਿੱਚ ਵਿਚਲਾ ਕਿਸਾਨ ਮਜ਼ਦੂਰ ਅੰਦੋਲਨ। ਅੱਜ ਵੀ ਕੁਝ ਲੋਕ ਆਪਣੀ ਆਰਥਿਕ ਤਾਕਤ ਨਾਲ ਰਾਜ ਕਰ ਰਹੀ ਮਸ਼ੀਨਰੀ ਦੀ ਭਾਈਵਾਲੀ ਨਾਲ ਦੁਨੀਆ ਦੇ ਮਜ਼ਦੂਰਾਂ ਉੱਤੇ ਅਤਿਆਚਾਰ ਕਰ ਰਹੇ ਹਨ ਅਤੇ ਉਹ ਬੇਇਨਸਾਫੀਆਂ ਸਹਾਰ ਰਹੇ ਹਨ। ਅੱਜ ਵੀ ਬੇਇਨਸਾਫੀਆਂ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਲੋਕਾਂ ਨੂੰ ਪਤਾ ਹੈ ਕਿ ਸਰਕਾਰਾਂ ਅਤੇ ਅਧਿਕਾਰੀ ਲੋਕਾਂ ਦੀ ਮਦਦ ਨਹੀਂ ਕਰਦੇ। ਅੱਜ ਦੀ ਟੈਕਨੋਲੋਜੀ ਜਿਵੇਂ ਮੋਬਾਈਲ ਫੋਨ, ਫੇਸਬੁੱਕ, ਟਵਿੱਟਰ, ਰੇਡੀਓ ਅਤੇ TV ਨਾਲ 24 ਘੰਟੇ ਆਉਂਦੀਆਂ ਖਬਰਾਂ ਨਾਲ ਲੋਕਾਂ ਨੂੰ ਦੇਸ਼ ਵਿਦੇਸ਼ਾਂ ਵਿੱਚ ਚੰਗੀਆਂ ਮਾੜੀਆਂ ਘਟਨਾਵਾਂ ਦਾ ਮਿੰਟਾਂ ਸਕਿੰਟਾਂ ਵਿੱਚ ਪਤਾ ਲੱਗ ਜਾਂਦਾ ਹੈ। ਆਇਰਲੈਂਡ ਦੇ ਪੈਟਰਿਕ ਓਕੋਨ ਦੱਸਦਾ ਹੈ ਕਿ ਮੇਰਾ ਜਨਮ 1965 ਵਿੱਚ ਉੱਤਰੀ ਆਇਰਲੈਂਡ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ। ਮੈਂ ਜ਼ਿਲ੍ਹਾ ਡੈਰੀ ਵਿੱਚ ਵੱਡਾ ਹੋਇਆ
ਅਤੇ ਉਸ ਸਮੇਂ ਦੌਰਾਨ ਕੈਥੋਲਿਕ ਅਤੇ ਪ੍ਰੋਟੈਸਟੈਂਟ ਧਰਮ ਦੇ ਲੋਕਾਂ ਵਿਚਕਾਰ ਲੜਾਈ ਝਗੜਾ ਚੱਲ ਰਿਹਾ ਸੀ। ਇਹ ਲੜਾਈ 30 ਤੋਂ ਜ਼ਿਆਦਾ ਸਾਲ ਚੱਲਦੀ ਰਹੀ। ਉਸ ਇਲਾਕੇ ਵਿੱਚ ਕੈਥੋਲਿਕ ਲੋਕ ਥੋੜ੍ਹੇ ਅਤੇ ਪ੍ਰੋਟੈਸਟੈਂਟ ਲੋਕ ਜ਼ਿਆਦਾ ਸਨ। ਕੈਥੋਲਿਕ ਲੋਕਾਂ ਨੂੰ ਲੱਗਦਾ ਸੀ ਕਿ ਵੋਟਾਂ, ਨੌਕਰੀਆਂ ਅਤੇ ਘਰਾਂ ਦੇ ਮਾਮਲੇ ਵਿੱਚ ਉਹਨਾਂ ਨਾਲ ਪੱਖਪਾਤ ਹੁੰਦਾ ਹੈ ਅਤੇ ਪੁਲਿਸ ਵੀ ਪ੍ਰੋਟੈਸਟੈਂਟ ਲੋਕਾਂ ਦਾ ਸਾਥ ਦਿੰਦੀ ਸੀ। ਮੈਂ ਹਰ ਪਾਸੇ ਬੇਇਨਸਾਫੀ ਅਤੇ ਊਚ ਨੀਚ ਦੇਖੀ। ਮੈਨੂੰ ਕਿੰਨੀ ਵਾਰ ਕੁੱਟਿਆ ਗਿਆ, ਧੱਕੇ ਨਾਲ ਕਾਰ ਵਿੱਚੋਂ ਕੱਢਿਆ ਗਿਆ ਅਤੇ ਬੰਦੂਕ ਦੀ ਨੋਕ ਉੱਤੇ ਧਮਕੀਆਂ ਵੀ ਦਿੱਤੀਆਂ ਗਈਆਂ। ਨਾਲੇ ਪੁਲਿਸ ਅਤੇ ਫੌਜੀਆਂ ਨੇ ਵੀ ਕਈ ਵਾਰ ਮੈਥੋਂ ਪੁੱਛਗਿੱਛ ਕੀਤੀ। ਮੈਨੂੰ ਇੱਦਾਂ ਲੱਗਦਾ ਕਿ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਮੈਂ ਸੋਚਿਆ ਮੈਂ ਜਾਂ ਤਾਂ ਇਸ ਨੂੰ ਸਹਿ ਸਕਦਾ ਜਾਂ ਇੱਟ ਦਾ ਜਵਾਬ ਪੱਥਰ ਨਾਲ ਦੇ ਸਕਦਾ ਹਾਂ। 1972 ਵਿੱਚ ਬ੍ਰਿਟਿਸ਼ ਫੌਜੀਆਂ ਨੇ 14 ਲੋਕਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਅਤੇ ਇਸ ਦੀ ਯਾਦ ਵਿੱਚ ਹਰ ਸਾਲ ਜਲੂਸ ਕੱਢੇ ਗਏ। ਮੈਂ ਵੀ ਇਹਨਾਂ ਵਿੱਚ ਹਿੱਸਾ ਲੈਂਦਾ ਹੁੰਦਾ ਸੀ। ਨਾਲੇ ਜਦ ਕੁਝ ਰਿਪਬਲਿਕਨ ਕੈਦੀ 1981 ਵਿੱਚ ਭੁੱਖ ਹੜਤਾਲ ਕਾਰਨ ਕਰਕੇ ਮਰ ਗਏ ਤਾਂ ਉਦੋਂ ਵੀ ਉਹਨਾਂ ਦੀ ਯਾਦ ਵਿੱਚ ਜਲੂਸ ਕੱਢਿਆ ਗਿਆ ਅਤੇ ਹਰ ਸਾਲ ਮੈਂ ਇਸ ਵਿੱਚ ਵੀ ਹਿੱਸਾ ਲੈਂਦਾ ਸੀ। ਮੈਂ ਕਈ ਥਾਵਾਂ ਉੱਤੇ ਆਰਐਸ ਝੰਡੇ ਗੱਡਿਆ ਕਰਦਾ ਸੀ ਅਤੇ ਜਿੱਥੇ ਕਿਤੇ ਵੀ ਮੈਂ ਲਿਖ ਸਕਦਾ ਸੀ ਉੱਥੇ ਕੰਧਾਂ ਅਤੇ ਅੰਗਰੇਜ਼ਾਂ ਦੇ ਖਿਲਾਫ ਗੱਲਾਂ ਲਿਖਦਾ ਸੀ। ਕੈਥੋਲਿਕ ਲੋਕਾਂ ਉੱਤੇ ਜ਼ੁਲਮ ਹੋਣੇ ਜਾਂ ਉਹਨਾਂ ਦਾ ਕਤਲ ਕਰਨਾ ਰੋਜ਼ ਦੀ ਗੱਲ ਬਣ ਗਈ ਸੀ, ਜਿਸ ਕਰਕੇ ਰੋਸ ਮੁਜ਼ਾਹਰੇ ਹੁੰਦੇ ਰਹਿੰਦੇ ਸਨ। ਕਈ ਵਾਰ ਛੋਟੇ ਮੋਟੇ ਜਲੂਸ ਦੰਗੇ ਫਸਾਦਾਂ ਦਾ ਰੂਪ ਧਾਰ ਲੈਂਦੇ ਸਨ। ਜਦੋਂ ਮੈਂ ਯੂਨੀਵਰਸਿਟੀ ਵਿੱਚ ਸੀ ਉਦੋਂ ਮੈਂ ਦੂਸਰੇ ਵਿਦਿਆਰਥੀਆਂ ਨਾਲ ਵਾਤਾਵਰਨ ਦੀ ਸਾਂਭ ਸੰਭਾਲ ਕਰਨ ਲਈ ਧਰਨੇ ਦਿੰਦਾ ਹੁੰਦਾ ਸੀ। ਬਾਅਦ ਵਿੱਚ ਮੈਂ ਲੰਡਨ ਵਿੱਚ ਰਹਿਣ ਲੱਗ ਪਿਆ ਅਤੇ ਉੱਥੇ ਮੈਂ ਸਰਕਾਰ ਦੀਆਂ ਪਾਲਿਸੀਆਂ ਖਿਲਾਫ ਧਰਨੇ ਦਿੰਦਾ ਹੁੰਦਾ ਸੀ ਜੋ ਅਮੀਰਾਂ ਦੇ ਪੱਖ ਵਿੱਚ ਹੁੰਦੀਆਂ ਸਨ ਅਤੇ ਗਰੀਬਾਂ ਦਾ ਖੂਨ ਚੂਸਦੀਆਂ ਸਨ। 1990 ਵਿੱਚ ਮੈਂ ਟੈਕਸ ਲੱਗਣ ਕਰਕੇ ਕੱਢੇ ਗਏ ਜਲੂਸ ਵਿੱਚ ਹਿੱਸਾ ਲਿਆ। ਇਸ ਜਲੂਸ ਵਿੱਚ ਧਰਨੇ ਦੇਣ ਵਾਲਿਆਂ ਨੇ ਲੰਡਨ ਦੇ ਟ੍ਰੈਫਾਲਗਰ ਸਕੁਆਇਰ ਦਾ ਭਾਰੀ ਨੁਕਸਾਨ ਕੀਤਾ। ਮੈਂ ਕਈ ਵਾਰੀ ਨਿਰਾਸ਼ ਵੀ ਹੋਇਆ ਕਿ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਹੋ ਰਹੀਆਂ, ਪਰ ਦੂਜੇ ਪਾਸੇ ਇਹ ਵੀ ਸੋਚਦਾ ਕਿ ਇਸ ਤੋਂ ਬਿਨਾਂ ਮੈਂ ਕਰ ਵੀ ਕੀ ਸਕਦਾ ਹਾਂ। ਪੈਟਰਿਕ ਵਰਗੀ ਹਾਲਤ ਬਹੁਤ ਸਾਰੇ ਲੋਕਾਂ ਦੀ ਹੋ ਸਕਦੀ ਹੈ, ਪਰ ਦੂਜੇ ਪਾਸੇ ਆਪਾਂ ਨੂੰ ਪਤਾ ਹੈ ਕਿ ਅਗਰ ਵਿਰੋਧ ਨਾ ਕੀਤਾ ਜਾਵੇ ਤਾਂ ਤਬਦੀਲੀ ਵੀ ਨਹੀਂ ਆਉਂਦੀ ਹੈ। ਧਰਨਿਆਂ ਅਤੇ ਮੁਜ਼ਾਹਰਿਆਂ ਦੇ ਕੀ ਨਤੀਜੇ ਨਿਕਲ ਸਕਦੇ ਹਨ? ਕਈ ਲੋਕ ਮੰਨਦੇ ਹਨ ਕਿ ਧਰਨੇ ਦੇਣ ਅਤੇ ਮੁਜ਼ਾਹਰੇ ਕਰਨ ਨਾਲ ਫਾਇਦੇ ਹੁੰਦੇ ਹਨ, ਜਿਵੇਂ ਗਰੀਬ ਲੋਕਾਂ ਨੂੰ ਮਦਦ। 1930 ਦੇ ਦਹਾਕੇ ਵਿੱਚ ਅਮਰੀਕਾ ਵਿੱਚ ਮਹਾਮੰਦੀ ਛਾਈ ਹੋਈ ਸੀ। ਉਸ ਵੇਲੇ ਸ਼ਿਕਾਗੋ ਦੇ ਇਲਨਾਇਸ ਸ਼ਹਿਰ ਵਿੱਚ ਘਰਾਂ ਦੇ ਕਿਰਾਏ ਬਦਲ ਕਰਕੇ ਦੰਗੇ ਫਸਾਦ ਹੋਏ। ਨਤੀਜੇ ਵਜੋਂ ਸ਼ਹਿਰ ਦੇ ਅਧਿਕਾਰੀਆਂ ਨੇ ਲੋਕਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਦੇ ਕਿਰਾਏ ਦੇ ਘਰ ਖਾਲੀ ਨਹੀਂ ਕਰਾਏ ਅਤੇ ਦੰਗਾ ਫਸਾਦ ਕਰਨ ਵਾਲੇ ਵਿੱਚੋਂ ਕਈਆਂ ਨੂੰ ਨੌਕਰੀਆਂ ਵੀ ਦਿੱਤੀਆਂ। ਇਸੇ ਤਰ੍ਹਾਂ ਨਿਊਯਾਰਕ ਸਿਟੀ ਵਿੱਚ ਵੀ ਇਹੋ ਜਿਹੇ ਦੰਗੇ ਫਸਾਦ ਹੋਏ ਅਤੇ ਇਹਨਾਂ ਕਰਕੇ 77,000 ਪਰਿਵਾਰਾਂ ਨੂੰ ਘਰੋਂ ਕੱਢਣ ਤੋਂ ਬਾਅਦ ਉਹਨਾਂ ਨੂੰ ਮੁੜ ਉਹੀ ਘਰ ਦੇ ਦਿੱਤੇ ਗਏ। ਇਨਸਾਫ ਦਿਲਾਇਆ ਗਿਆ। ਅਮਰੀਕਾ ਦੇ ਅਲਬਾਮਾ ਪ੍ਰਾਂਤ ਦੇ ਮੈਂਟਗਮਰੀ ਸ਼ਹਿਰ ਵਿੱਚ ਕਾਲੇ ਲੋਕ ਸਿਰਫ ਬੱਸ ਦੀਆਂ ਪਿਛਲੀਆਂ ਸੀਟਾਂ ਉੱਤੇ ਬੈਠ ਸਕਦੇ ਸਨ ਅਤੇ ਉਹਨਾਂ ਨਾਲ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਥਾਂ ਉੱਤੇ ਵਿਤਕਰਾ ਕੀਤਾ ਜਾਂਦਾ ਸੀ। ਮਾਰਟਨ ਲੂਥਰ ਕਿੰਗ ਦੀ ਅਗਵਾਈ ਵਿੱਚ 1955-56 ਵਿੱਚ ਕਾਲੇ ਲੋਕਾਂ ਨੇ ਬੱਸਾਂ ਦਾ ਬਾਈਕਾਟ ਕੀਤਾ ਅਤੇ ਨਤੀਜੇ ਵਜੋਂ ਕਾਨੂੰਨ ਬਦਲ ਗਿਆ। ਹਰ ਰੋਜ਼ ਮਜ਼ਦੂਰਾਂ ਕੋਲੋਂ 12, 14 ਅਤੇ ਕਈ ਥਾਈਂ 16 ਘੰਟੇ ਕੰਮ ਲਿਆ ਜਾਂਦਾ ਸੀ। ਇਸ ਦੇ ਖਿਲਾਫ ਮੁਜ਼ਾਹਰੇ ਅਤੇ ਧਰਨੇ ਦੇ ਕੇ ਸ਼ਹਾਦਤ ਜਾਮ ਪੀ ਕੇ ਲੋਕਾਂ ਨੇ 8 ਘੰਟੇ ਦੀ ਦਿਹਾੜੀ ਦਾ ਕਾਨੂੰਨ ਬਣਾਇਆ। ਔਰਤਾਂ ਨੇ ਮੁਜ਼ਾਹਰੇ ਕਰਕੇ ਜਦੋਜਹਿਦ ਕਰਕੇ ਬਰਤਾਨੀਆ ਵਿੱਚ ਵੋਟ ਦਾ ਹੱਕ ਹਾਸਲ ਕੀਤਾ। ਵਿਤਕਰੇ ਦੇ ਖਿਲਾਫ ਜਿਸ ਦਾ ਕਾਨੂੰਨ ਬਣਾਉਣ ਵਿੱਚ ਅਪਾਹਜ ਲੋਕਾਂ ਅਤੇ ਵੱਖਰੀ ਕਾਮ ਬਿਰਤੀ ਵਾਲੇ ਲੋਕਾਂ ਵੀ ਮੁਜ਼ਾਹਰੇ ਕੀਤੇ ਅਤੇ ਧਰਨੇ ਦਿੱਤੇ। ਇਹ ਗੱਲ ਬਾਲ ਵਿਆਹ ਨੂੰ ਰੋਕਣ ਅਤੇ ਜਾਤ ਪਾਤ ਖਿਲਾਫ ਕਾਨੂੰਨ ਬਣਾਉਣ 'ਤੇ ਵੀ ਲਾਗੂ ਹੁੰਦੀ ਹੈ। ਇਤਿਹਾਸ ਇਹੋ ਜਿਹੀਆਂ ਉਦਾਹਰਣਾਂ ਨਾਲ ਭਰਿਆ ਪਿਆ ਹੈ ਜਿੱਥੇ ਬੇਇਨਸਾਫੀਆਂ ਖਿਲਾਫ ਧਰਨਿਆਂ ਅਤੇ ਮੁਜ਼ਾਹਰਿਆਂ ਦੀ ਬਦੌਲਤ ਤਬਦੀਲੀਆਂ ਆਈਆਂ ਹਨ। ਉਸਾਰੀ ਦਾ ਕੰਮ ਬੰਦ ਕੀਤਾ ਗਿਆ। ਦਸੰਬਰ 2011 ਵਿੱਚ ਹਾਂਗਕਾਂਗ ਵਿੱਚ ਲੱਖਾਂ ਲੋਕਾਂ ਨੇ ਇੱਕ ਪਾਵਰ ਪਲਾਂਟ ਦੀ ਉਸਾਰੀ ਦਾ ਵਿਰੋਧ ਕੀਤਾ। ਉਹਨਾਂ ਨੂੰ ਇਸ ਗੱਲ ਦਾ ਫਿਕਰ ਸੀ ਕਿ ਕੋਲਿਆਂ ਨਾਲ ਚੱਲਣ ਵਾਲੇ ਇਸ ਪਾਵਰ ਪਲਾਂਟ ਨਾਲ ਪ੍ਰਦੂਸ਼ਣ ਵਧੇਗਾ। ਵਿਰੋਧ ਕਰਨ ਕਰਕੇ ਉਸਾਰੀ ਦਾ ਕੰਮ ਬੰਦ ਕਰਤਾ ਗਿਆ। ਇਸੇ ਤਰ੍ਹਾਂ ਹੀ 2019 ਦੇ ਜੂਨ ਦੇ ਅੱਧ ਮਹੀਨੇ ਵਿੱਚ ਲੱਖਾਂ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਕਾਨੂੰਨ ਨਾ ਬਣਾਇਆ ਜਾਵੇ ਕਿ ਕੁਝ ਮੁਕੱਦਮਿਆਂ ਵਿੱਚ ਅਖੌਤੀ ਗੁਨਾਹਗਾਰਾਂ ਨੂੰ ਮੁਕੱਦਮੇ ਦੇ ਅਖੀਰਲੇ ਫੈਸਲੇ ਲਈ ਚੀਨ ਵਿੱਚ ਭੇਜਿਆ ਜਾਵੇ। ਇਹਨਾਂ ਵਿਰੋਧਾਂ ਨੇ ਇਹ ਕਾਨੂੰਨ ਬਣਨ ਤੋਂ ਰੋਕ ਦਿੱਤਾ। ਇਹ ਵੀ ਸੱਚ ਹੈ ਕਿ ਧਰਨੇ ਦੇਣ ਅਤੇ ਮੁਜ਼ਾਹਰਿਆਂ ਦੇ ਬਾਵਜੂਦ ਵੀ ਹਮੇਸ਼ਾ ਲੋਕਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਜਿਵੇਂ ਟੋਨੀ ਬਲੇਅਰ ਦੀ ਸਰਕਾਰ ਵੇਲੇ ਲੱਖਾਂ ਲੋਕਾਂ ਨੇ ਧਰਨੇ ਦਿੱਤੇ ਅਤੇ ਮੁਜ਼ਾਹਰੇ ਕੀਤੇ ਕਿ ਇਰਾਕ ਉੱਤੇ ਹਮਲਾ ਨਾ ਕੀਤਾ ਜਾਵੇ, ਪਰ ਇਹਨਾਂ ਦੇ ਬਾਵਜੂਦ ਬਰਤਾਨੀਆ ਨੇ ਸਾਦਮ ਹੁਸੈਨ ਦੀ ਇਰਾਕੀ ਸਰਕਾਰ ਅਤੇ ਲੋਕਾਂ ਉੱਪਰ ਅਮਰੀਕਾ ਨਾਲ ਰਲ ਕੇ ਹਮਲਾ ਕੀਤਾ। ਨਤੀਜੇ ਵਜੋਂ ਸਾਦਮ ਹੁਸੈਨ ਨੂੰ ਮਾਰਤਾ ਗਿਆ ਅਤੇ ਮੁਲਕ ਨੂੰ ਬਰਬਾਦ ਕਰਤਾ ਗਿਆ ਤਾਂ ਕਿ ਤੇਲ ਉੱਪਰ ਕਬਜ਼ਾ ਕੀਤਾ ਜਾ ਸਕੇ। ਇਹ ਵੀ ਸੱਚ ਹੈ ਕਿ ਕਈ ਵਾਰ ਮੌਜੂਦਾ ਸਰਕਾਰਾਂ ਧਰਨੇ ਦੇਣ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੰਦੀਆਂ ਹਨ ਅਤੇ ਕਈ ਲੀਡਰ ਮਾਰੇ ਵੀ ਜਾਂਦੇ ਹਨ। ਜਿਵੇਂ 19ਵੀਂ ਸਦੀ ਵਿੱਚ ਅਮਰੀਕਾ ਵਿੱਚ ਮਜ਼ਦੂਰਾਂ ਦੇ ਕੰਮ ਦੇ ਘੰਟੇ ਘਟਾਉਣ ਅਤੇ ਉਜਰਤ ਨੂੰ ਲੈ ਕੇ ਹੋਇਆ ਸੀ। ਬਹੁਤ ਸਾਰੀਆਂ ਔਰਤਾਂ ਨੂੰ
उस वेले भी सजावां दित्तियां गईयां जदों सफरगेट लहर नूं औरतां नूं वोट का हक दिवाउण विच हिस्सा जिन्हां ने औरतां नूं वोट का हक दिवाउण विच हिस्सा पाया सी। भारत विच बहुत सारे दलितां अते होर आदिवासियों के नाल नाल बाकी मिनोरिटी कम्यूनिटीज़ के भी कई तरह के तशद्दुद होंदे हन ते उत्थे भी आए दिन धरने अते मुजाहरे कीते जांदे हन। ते उत्थे जिवें रैशनलिस्ट बंदे सी जिवें कुलवर्गी, पानेसर, दबोलकर अते गौरी लंकेश नूं मारता गया। एक मध्य पूर्वी देश के राष्ट्रपति ने होने वाले रोस मुजाहरिਆਂ बारे कहा सानूं धरनिਆਂ खिलाफ सख्त कदम चुकने चाहिए हैं। इस राष्ट्रपति ने अपने कहने अनुसार किया भी जिस करके हज़ारां ही लोग मारे गए। साउथ अफ्रीका ते दुनिया के होर बहुत सारे मुल्कां चाहे वह पूर्व के सन या पश्चिम के लोगों ने धरने दे के मुजाहरे करके लोगों को आज़ाद कराया और मौलिक अधिकार दिवाए। जिन्हां मुल्कों में इनकलाब आए उत्थे भी लोगों ने अपनियां जानां वार दित्तियां। भावें कि विरोध करने वाले कई बार अपनियां मंगां मनवा लेंदे हन पर इस नाल बहुत सारियां नवीं समस्यावां भी खड़ियां हो जांदियां हन। लोगों ने अफ्रीका के एक देश के हाकम नूं उसकी पदवी तो हटाया। उन्हां विचों एक आदमी ने टाइम मैगजीन नूं नवीं हुकूमत बारे कहा पहलां तो सारे खुश सन पर जल्दी ही हलचल मच गई। उदाहरण के तौर पर जनरल गद्दाफी। की कोई होर रस्ता है? बहुत सारे मन्ने परमन्ने मानते हैं कि धरने देने इंसानां दा फर्ज बनता है। मिसाल लई चैक के साबका राष्ट्रपति वोटस्लाव हैवल ने मनुखी अधिकार दिवाउण लई बहुत काम किए जिस करके उसनूं कई साल जेल में गुजारने पे। उसने 1985 में लिखा धरने देने वाले अपने विश्वासां लई अपनी जान देने लई तैयार होंदे हन क्योंकि उस तो इलावा उन्हां कोल होर कोई रास्ता भी तो नहीं हुंदा। नैल्सन मंडेला नूं भी 2 दर्जनां तो ज़्यादा साल जेल में गुजारने पे और स्टीव बीको वर्गे नौजवानों नूं जान तो हाथ धोने पे। मुहम्मद बौजीजी और होरां ने अपने कामां नाल हैवल के शब्दों को सही साबित किया। एशिया के एक देश में धार्मिक ते राजनीतिक मामलों का विरोध करने लिए कुछ लोगों ने अपने आप को अग ला ली। इहो जिहियां खबरां होर भी पढ़न सुणन मिलदियां रहिंदियां हन। भुख हड़तालां भी इस लड़ी में आउंदियां हन। एक आदमी ने न्यूज़ भी मैगजीन नूं दस्सिया कि लोग इस हद तक क्यों जाते हैं। साडे कोल हथियार नहीं हैं और असीं दूजिਆਂ ਨੂੰ नुकसान नहीं पहुँचाउणा चाहुंदे पर लोग होर की कर सकते हैं। जिस वेले धक्किਆਂ ते बेइंसाफियां खिलाफ लोग मुजाहरे करते हैं, धरने दिंदे हैं ਅਤੇ ਸ਼ਾਂਤਮਈ ਢੰਗ ਨਾਲ ਆਪਣੀ ਮੰਗਾਂ ਮਨਵਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਵਾਰ-ਵਾਰ ਕੋਸ਼ਿਸ਼ ਦੇ ਹਾਕਮ ਗੱਲਾਂ ਨਹੀਂ ਮੰਨਦੇ ਤਾਂ ਕੁਝ ਹਾਲਾਤ ਵਿੱਚ ਲੋਕ ਹਥਿਆਰ ਚੁੱਕ ਲੈਂਦੇ ਹਨ ਅਤੇ ਬਹੁਤ ਸਾਰੀਆਂ ਮਨੁੱਖੀ ਜਾਨਾਂ ਦਾ ਨੁਕਸਾਨ ਹੁੰਦਾ ਹੈ। ਇਹ ਤਾਂ ਸੀ ਮੇਰਾ ਇਹ ਲੇਖ ਜਿਹੜਾ ਮੈਂ ਤੁਹਾਡੇ ਨਾਲ ਹੁਣ ਸਾਂਝਾ ਕੀਤਾ ਅਤੇ ਹੁਣ ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ ਤਾਂ ਕਿ ਆਪਾਂ ਇਸ ਮਸਲੇ 'ਤੇ ਗੰਭੀਰ ਚਰਚਾ ਕਰ ਸਕੀਏ ਅਤੇ ਮੈਂ ਤੁਹਾਡੇ ਵਿਚਾਰ ਵੀ ਜਾਣ ਸਕਾਂ। ਟੈਲੀਫੋਨ ਸਾਡੀਆਂ ਲਾਈਨ ਜਿਹੜੀਆਂ ਉਹ ਖੁੱਲ੍ਹੀਆਂ ਹੈਗੀਆਂ 0300 770 2246 ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਜਿਹੜੀਆਂ ਹੜਤਾਲਾਂ ਵੀ ਇਸ ਮੁਲਕ ਵਿੱਚ ਵੀ ਹੋ ਰਹੀਆਂ ਹੈਗੀਆਂ। NHS ਦੇ ਜਿਹੜੇ ਵਰਕਰਸ ਹੈਗੇ ਆ ਉਹ ਵੀ ਹੜਤਾਲਾਂ ਕਰ ਰਹੇ ਹੈਗੇ ਆ, ਉਹ ਵੀ ਧਰਨੇ ਦੇ ਰਹੇ ਹੈਗੇ ਆ, ਡਾਕਟਰਸ ਦੇ ਰਹੇ ਹੈਗੇ ਆ, ਬਾਕੀ ਬਹੁਤ ਸਾਰੇ ਰੇਲਵੇ ਦੇ ਵਰਕਰਸ ਜਿਹਨ ਕਿਹੜਾ ਹੈਗਾ ਦੇ ਰਿਹਾ। ਪਿੱਛੇ ਜਿਹਾ ਤੁਸੀਂ ਦੇਖਿਆ ਸੀਗਾ ਕਿ ਜਿਹੜੇ ਸੀਗੇ ਪੋਸਟ ਆਫਿਸ ਦੇ ਵਰਕਰਸ ਉਹ ਵੀ ਬਹੁਤ ਸਾਰੇ ਮੁਜ਼ਾਹਰੇ ਕਰ ਰਹੇ ਹੈਗੇ ਆ। ਹੈਲੋ ਜੀ, ਕੌਣ ਤੋਂ ਜੀ, ਕਿੱਥੋਂ ਬੋਲ ਰਿਹਾ ਜੀ? हाँ जी हरीश जी, मैं भगवंत बैथोमिश तो बोलना। भगवंत जी ਤੁਹਾਡਾ ਵੈਲਕਮ ਆ। ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? हरीश जी बहुत ही पायदार, बहुत ही महत्वपूर्ण ਤੁਸੀਂ ਅੱਜ ਜਿਹੜਾ ਮਸਲਾ ਆ ਉਸ ਤੇ ਗੱਲ ਕਰ ਰਹੇ ਹੋ, ਜਿਹੜਾ ਲੇਖ ਆ ਤੁਹਾਡਾ। ਥੈਂਕ ਯੂ। ਬਹੁਤ ਹੀ ਐਕਚੁਅਲੀ ਜਾਣਕਾਰੀ ਭਰਪੂਰ ਹੈ ਤੇ ਜਿਹੜੇ ਲੋਕ ਅਸੀਂ ਘੋਲਾਂ 'ਚ ਪਏ ਹੋਏ ਆ ਤੇ ਇਸ ਤਰ੍ਹਾਂ ਲੱਗਦਾ ਕਿ ਸਾਡੀ ਗੱਲ ਹੋ ਰਹੀ ਹੈ। ਤੇ ਇੱਕ ਗੱਲ ਕਹਾਂਗਾ ਕਿ ਜਿਹੜੇ ਘੋਲ ਨੇ, ਜਿਹੜੇ ਮੁਜ਼ਾਹਰੇ ਆ, ਰੋਸ ਪ੍ਰਦਰਸ਼ਨ ਨੇ, ਇਹੀ ਜ਼ਿੰਦਗੀ ਦਾ ਆਧਾਰ ਨੇ। ਜਿਹੜੀ ਅੱਜ ਜ਼ਿੰਦਗੀ ਮਨੁੱਖ ਕੋਲ ਹੈਗੀ ਆ, ਜਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਸਿਰਫ ਤੇ ਸਿਰਫ ਲੋਕ ਘੋਲਾਂ ਨਾਲ, ਮੁਜ਼ਾਹਰਿਆਂ ਨਾਲ ਕਰਨ ਨਾਲ ਮਿਲੇ, ਸਟਰਗਲ ਨਾਲ ਮਿਲੇ ਨੇ। ਇਹਦੇ 'ਚ ਜੇ ਆਪਾਂ ਰਾਜਨੀਤਿਕ ਕਹੀਏ, ਜਿਹੜੀ ਆਜ਼ਾਦੀ ਸਾਨੂੰ ਅੱਜ ਹੈਗੀ ਆ, ਉਹ ਚਾਹੇ ਇੰਗਲੈਂਡ 'ਚ ਹੈ ਤੇ ਚਾਹੇ ਭਾਰਤ ਤੇ ਜਾਂ ਆਜ਼ਾਦ ਮੁਲਕ ਜਿੰਨੇ ਵੀ ਹੋਏ ਨੇ, ਬਹੁਤ ਹੀ ਵਧੀਆ ਤਰੀਕੇ ਨਾਲ ਬਰੀਫ A to Z ਤੁਸੀਂ ਗੱਲ ਕੀਤੀ ਹੈ ਕਿ ਮੁਜ਼ਾਹਰਿਆਂ ਨਾਲ ਹੀ, ਪ੍ਰਦਰਸ਼ਨਾਂ ਨਾਲ ਹੀ, ਘੋਲ ਕਰਨ ਨਾਲ ਹੀ ਸਾਰਾ ਕੁਛ ਸਾਨੂੰ ਮਿਲਿਆ ਤੇ ਇਸ ਤੋਂ ਬਗੈਰ ਕੁਛ ਨਹੀਂ। ਉਹ ਲੋਕ ਜੋ ਦਰਖਤ ਥੱਲੇ ਪੈ ਕੇ ਜਾਮਣ ਦੇ ਹਿਸਾਬ ਨਾਲ ਆਪਣੀ ਗਰਦਨ ਨੂੰ ਹਿਲਾਉਂਦੇ ਰਹਿੰਦੇ ਨੇ, ਅੱਗੇ ਪਿੱਛੇ ਕਰਦੇ ਨੇ, ਉਹਨਾਂ ਲੋਕਾਂ ਨੇ ਅੱਜ ਤੱਕ ਜ਼ਿੰਦਗੀ 'ਚ ਕਦੇ ਕੁਝ ਨਹੀਂ ਖੱਟਿਆ ਹੈ। ਇਹ ਉਹੀ ਲੋਕ ਹੈ ਜਿਹੜੇ ਦਰਖਤ ਦੇ ਉੱਤੇ ਚੜ੍ਹ ਕੇ ਜਾਮਣ ਨੂੰ ਹਿਲਾ ਸਕਦੇ ਆ, ਜਾਮਣਾਂ ਨੂੰ ਥੱਲੇ ਸੁੱਟ ਸਕਦੇ ਆ ਤੇ ਚੁੱਕ ਸਕਦੇ ਨੇ।
ਇਹ ਜਿਹੜਾ ਅੱਜ ਵੀ ਇੱਥੇ ਵੀ ਆਪਾਂ ਕਹਿੰਦੇ ਕਿ ਜਦੋਂ ਮਨੁੱਖ ਜੰਗਲਾਂ ਦੇ ਵਿੱਚ ਵੀ ਸੀ, ਉਦੋਂ ਵੀ ਇਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦਾ ਰਿਹਾ। ਉਹ ਇਹ ਗੱਲ ਦੀ ਉਦਾਹਰਣ ਹੈ ਕਿ ਇਹਨੇ ਸਟਰਗਲ ਕੀਤੀ ਆ ਆਪਣਾ ਖਾਣਾ ਲੱਭਣ ਲਈ, ਆਪਣੇ ਜਿਉਣੇ ਲਈ। ਹਾਂਜੀ। ਤੇ ਇੱਥੇ ਵੀ ਅੱਜ ਜਿਹੜਾ ਹਾਲਾਤ ਬਣੇ ਪਏ ਅੱਜ ਦੁਨੀਆ ਦੇ ਵਿੱਚ, ਅੱਜ ਮਨੁੱਖ ਜਦੋਂ ਇੰਨੀ ਤਰੱਕੀ ਕਰ ਗਿਆ, ਕੁਝ ਇੱਕ ਖੁਦਗਰਜ਼ਾਂ ਨੇ ਉਸ ਨੂੰ ਇੱਥੇ ਦਬਲਿਆ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਾਊਥ ਅਫਰੀਕਾ ਜਾਂ ਸਾਡਾ ਆਪਣਾ ਭਾਰਤੀ ਲੋਕ ਹੈ, ਸਾਨੂੰ ਭਾਰਤ ਦਾ ਪਤਾ ਕਿਸ ਤਰ੍ਹਾਂ ਅਸੀਂ ਅੰਗਰੇਜ਼ਾਂ ਦੇ ਚੁੰਬਲ ਚੋਂ ਨਿਕਲੇ ਆ। ਇੱਕ ਜ਼ਮਾਨੇ ਦੇ ਵਿੱਚ ਸਾਰੀ ਦੁਨੀਆ ਦੇ ਉੱਤੇ ਲਗਭਗ ਅੰਗਰੇਜ਼ ਦਾ ਰਾਜ ਸੀ। ਤੇ ਇਹ ਸਾਰਾ ਕੁਝ ਜਿਹੜਾ ਹੈਗਾ ਬਹੁਤ ਹੀ ਜ਼ਰੂਰੀ ਆ। ਪੋਲ ਟੈਕਸ ਦਾ ਘੋਲ ਸੀ ਜਿਹੜਾ ਇੱਕ ਐਡਾ ਵੱਡਾ ਸੀ, ਤੁਸੀਂ ਵੀ ਜ਼ਿਕਰ ਕੀਤਾ ਵੀ ਉਸ ਦਿਨ ਉੱਥੇ ਲੰਡਨ ਦੇ ਵਿੱਚ ਮਿਲੀਅਨ ਤੋਂ ਉੱਤੇ ਲੋਕ ਸੀ ਤੇ ਉਹਨਾਂ ਨੇ ਟੋਰੀ ਗੌਰਮੈਂਟ ਦਾ ਜਿਹੜਾ ਇਹ ਸਭ ਤੋਂ ਵੱਡਾ ਇੱਕ ਹਮਲਾ ਸੀ ਲੋਕ ਅੱਖਾਂ ਤੇ, ਉਸ ਨੂੰ ਪਿੱਛੇ ਮੋੜਤਾ ਸੀ, ਮੂੰਹ ਮੋੜ ਦਿੱਤਾ ਸੀਗਾ। ਤੇ ਇਹ ਸਾਰਾ ਕੁਝ ਮੈਂ ਦੇਖਦਾ ਥੋੜਾ ਸੁਣਦਾ ਤਾਂ ਬਹੁਤ ਹੀ ਵਧੀਆ ਲੱਗਾ ਕਿ ਇਹ ਤੁਸੀਂ ਖੋਜ ਕਰਕੇ ਕਿੰਨੇ ਸਮੇਂ 'ਚ ਲਿਖਿਆ ਹੋਊਗਾ। ਬਹੁਤ ਹੀ ਵਧੀਆ ਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਿਸ ਤਰ੍ਹਾਂ ਲੋਕਾਂ ਨੇ ਆਪਣੀਆਂ ਜਾਨਾਂ ਦੇ ਕੇ ਜਾਂ ਆਪਣੀਆਂ ਜੇਲ੍ਹਾਂ ਕੱਟ ਕੇ ਇੱਥੇ ਤੱਕ ਪਹੁੰਚੇ, ਜਿਹਦਾ ਅਸੀਂ ਆਨੰਦ ਆ ਜੀ ਅਸੀਂ ਸਾਰੇ ਮਾਣਦੇ ਪਏ ਹਾਂ। ਤੇ ਇੰਗਲੈਂਡ ਦੇ ਵਿੱਚ ਵੀ ਜਿਹੜੇ ਅੱਜ ਹੱਕ ਆਪਾਂ ਨੂੰ ਮਿਲੇ ਹੋਏ ਨੇ ਏਸ਼ੀਅਨ ਲੋਕਾਂ ਨੂੰ, ਬਹੁਤੇ ਜਿਹੜੇ ਸਾਡੇ ਵੀਰ ਆਏ ਨੇ ਬਾਅਦ ਵਿੱਚ ਜਾਂ ਸਾਡੇ ਤੋਂ ਪਹਿਲਾਂ ਵੀ ਆਏ ਨੇ, ਉਹਨਾਂ ਨੇ ਸਾਰਿਆਂ ਨੇ ਘੋਲ ਕੀਤੇ ਨੇ, ਉਹ ਤਾਂ ਕਰਕੇ ਮਿਲੇ ਨੇ। ਪਰ ਕਈਆਂ ਨੂੰ ਇਹ ਗੱਲ ਦਾ ਪਤਾ ਨਹੀਂ ਹੈ, ਉਹ ਆਪਣੀ ਜ਼ਿੰਦਗੀ ਦੀ ਜਿਹੜੀ ਐਸ਼ਪ੍ਰਸਤੀ ਉਹ 'ਚ ਪੂਜਾ ਪਾਠਾਂ 'ਚ ਜਾਂ ਹੋਰਾਂ 'ਚ ਜੁੜੇ ਹੋਏ ਨੇ, ਖਰੀਦੋ ਫਰੋਖਤ ਕਰਨ ਲੱਗੇ ਹੋਏ ਨੇ। ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਨੂੰ ਇਹ ਹੱਕ ਲੈ ਕੇ ਦਿੱਤੇ ਕਿਹਨੇ ਆ। ਤੇ ਉਹਨਾਂ ਨੂੰ ਮੈਂ ਇਹੀ ਸਾਰੇ ਜਿਹੇ ਸੁਣਦੇ ਨੇ, ਇਹ ਕਹਾਂਗੇ ਉਹ ਖੋਜ ਕਰਨ ਕਿ ਤੁਹਾਨੂੰ ਇੰਗਲੈਂਡ ਦੇ ਵਿੱਚ ਜਿਹੜੇ ਜੀਣ ਦੇ ਹੱਕ ਏਸ਼ੀਅਨ ਕਮਿਊਨਿਟੀ ਨੂੰ ਮਿਲੇ ਨੇ, ਉਹ ਕਿਹੜੇ ਲੋਕ ਸੀ ਜਿਨ੍ਹਾਂ ਨੇ ਆਪਣੀਆਂ ਜੇਲ੍ਹਾਂ ਕੱਟੀਆਂ, ਆਪਣੇ ਪਰਿਵਾਰਾਂ ਨੂੰ ਟਾਈਮ ਕੱਢ ਕੇ, ਬੱਚਿਆਂ ਨੂੰ ਟਾਈਮ ਕੱਢ ਕੇ ਇੱਥੇ ਤੱਕ ਪਹੁੰਚਾਇਆ ਆ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਹੀ ਸੋਹਣਾ ਪ੍ਰੋਗਰਾਮ ਹੈ। ਸਲਾਮ ਤੁਹਾਨੂੰ, ਮਿਹਰਬਾਨੀ। ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ। ਇਹ ਤੁਸੀਂ ਜੀ ਭਗਵੰਤ ਸਿੰਘ ਹੁਣੀ ਜਿਹੜੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਬਰਮਿੰਘਮ ਦੀ ਜਿਹੜੀ ਬ੍ਰਾਂਚ ਹੈਗੇ ਆ ਉਹਦੇ ਜਨਰਲ ਸੈਕਟਰੀ ਹੈਗੇ ਆ, ਅਤੇ ਤਰਕਸ਼ੀਲ ਸੁਸਾਇਟੀ ਦੇ ਵੀ ਇਹ ਸਰਕੱਢ ਮੈਂਬਰ ਹੈਗੇ ਆ। ਅਤੇ ਆਪ ਵੀ ਬਹੁਤ ਸਾਰੇ ਮੁਜ਼ਾਹਰਿਆਂ ਵਿੱਚ ਇਹ ਹਿੱਸਾ ਲੈਂਦੇ। ਭਗਵੰਤ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਹਾਂਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਜੀ, ਮੈਂ ਮੁਹੰਮਦ ਬੋਲ ਰਿਹਾ ਸਰ। ਹਾਂਜੀ ਮੁਹੰਮਦ ਸਾਹਿਬ, ਤੁਹਾਨੂੰ ਪਾਕਿਸਤਾਨ ਦਾ ਅੱਜ ਜਿਹੜਾ ਹੈਗਾ ਆਜ਼ਾਦੀ ਦਿਨ ਹੈ, ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ। ਕੀ ਕਹਿਣਾ ਚਾਹੁੰਦੇ? ਤੁਸੀਂ ਮੇਰੇ ਮੂੰਹ ਤੋਂ ਗੱਲ ਛਿਨ ਲਈਏ। ਮੈਂ ਵੀ ਇਹ ਗੱਲ ਕਰਨ ਵਾਲਾ ਸਾਂ ਕਿ 14 ਅਗਸਤ ਤੇ ਪਾਕਿਸਤਾਨ ਦਾ ਯੌਮ ਆਜ਼ਾਦੀ ਮਨਾਇਆ ਜਾ ਰਿਹਾ ਹੈ। ਅੱਜ ਪਾਕਿਸਤਾਨ ਕੌਂਸੂਲੇਟ 'ਚ ਬੜੀ ਫੰਕਸ਼ਨ ਸੀ ਤੇ ਸਾਰੇ ਪਾਕਿਸਤਾਨੀਆਂ ਨੂੰ ਉਹਦੀ ਮੁਬਾਰਕਬਾਦ ਹੋਵੇ। ਠੀਕ ਹੈ ਜੀ। ਇੱਕ ਹੋਰ ਮੈਂ ਇੱਕ ਗੱਲ ਕਰਨਾ ਚਾਹੁੰਦਾ, ਦੇਖੋ ਇਹ ਪਾਕਿਸਤਾਨ ਮੁਸਲਿਮ ਲੀਗ ਜਿਹਦਾ ਮੁਹੰਮਦ ਅਲੀ ਜਿਨਾਹ ਨੇ ਗਾਈਡ ਕੀਤਾ ਸੀ, ਉਹਦਾ ਸਭ ਤੋਂ ਪਹਿਲਾ ਇਜਲਾਸ ਸਾਨੂੰ 1906 'ਚ ਢਾਕਾ 'ਚ ਹੋਇਆ ਸੀ, ਜਿਹੜਾ ਕਿ ਹੁਣ ਬੰਗਲਾਦੇਸ਼ 'ਚ ਹੈਗਾ। ਤੇ ਮਤਲਬ ਇਹ ਕਾਫੀ ਪੁਰਾਣੀ ਮੁਹੰਮਦ ਅਲੀ ਜਿਨਾਹ ਦੀ ਮੂਵਮੈਂਟ ਕਾਫੀ ਪੁਰਾਣੀ ਸੀ ਪਾਕਿਸਤਾਨ ਦੇ ਬਣਾਉਣ ਦੀ। ਇੱਕ ਹੋਰ ਤੁਸੀਂ ਜਿਹੜਾ ਹੈ ਇਰਾਕ ਤੇ ਹਮਲੇ ਦਾ ਵੀ ਜ਼ਿਕਰ ਕੀਤਾ ਹੈ ਕਿ ਜਿਹੜਾ ਅਮਰੀਕਾ ਨੇ ਇਰਾਕ 'ਚ ਹਮਲਾ ਕੀਤਾ ਸੀ ਤੇ ਉਹਦੇ 'ਚ ਬਹੁਤ ਵੱਡਾ ਲੰਦਨ 'ਚ ਮਤਲਬ ਇਹ ਮੁਜ਼ਾਹਰਾ ਹੋਇਆ ਸੀ। ਮੈਂ ਵੀ ਉਹਦੇ 'ਚ ਗਿਆ ਸਾਂ। ਇਸ ਤੋਂ ਵੱਡਾ ਮੈਂ ਮੁਜ਼ਾਹਰਾ ਕਦੀ ਲੰਦਨ 'ਚ ਨਹੀਂ ਦੇਖਿਆ। ਔਰ ਸਾਰੇ ਅੰਗਰੇਜ਼ ਉਹਦੇ ਜ਼ਿਆਦਾ ਸਨ, ਬਲਕਿ ਮੁਸਲਮਾਨ ਜਾਂ ਦੂਸਰੇ ਸੈਕਟ ਦੇ ਲੋਕ ਬਹੁਤ ਘੱਟ ਸਨ। ਇਹ ਬੜਾ ਅਨਜਸਟੀਫਾਈਡ ਅਮਰੀਕਾ ਨੇ ਇੱਕ ਇਸ ਤਰ੍ਹਾਂ ਇਰਾਕ 'ਤੇ ਹਮਲਾ ਕੀਤਾ ਤੇ ਇਟ ਵਾਜ਼ ਨਾਟ ਵੈਰੀ ਵੈਲ ਐਕਸੈਪਟਡ ਬਾਏ ਦੀ ਪੀਪਲ। ਇੱਕ ਹੋਰ ਮੈਂ ਗੱਲ ਕਰਨਾ ਚਾਹੁੰਦਾ ਕਿ ਤੁਸੀਂ ਜ਼ਿਕਰ ਕੀਤਾ ਹੈ ਕਿ ਜਿਹੜਾ ਜਦੋਂ ਅਮਰੀਕਾ ਵੀਅਤਨਾਮ ਵਿੱਚ ਬੰਬਾਰੀ ਕਰ ਰਿਹਾ ਸੀ, ਬੜੇ ਉਹ ਕਹਿੰਦੇ ਨੇ ਤੁਸੀਂ ਜ਼ਮੀਨ ਕਾਲੀ ਹੋ ਗਈ ਸੀ ਇੰਨਾ ਵੀਅਤਨਾਮ ਕੀਤੀ, ਤੇ ਉਹਦੇ ਵਿੱਚ ਪਾਕਿਸਤਾਨ ਨੇ ਚੀਨ ਨੂੰ ਔਰ ਅਮਰੀਕਾ ਨੂੰ ਦੀ ਦੋਸਤੀ 'ਚ ਬੜਾ ਅਹਿਮ ਕਿਰਦਾਰ ਅਦਾ ਕੀਤਾ ਸੀ। ਇਹਦੇ ਬਾਰੇ 'ਚ ਡਾਕਟਰ ਹੈਨਰੀ ਕਿਸਿੰਜਰ ਜਿਹੜਾ ਪਹਿਲੇ ਰਿਹਾ, ਉਹਨੇ ਆਪਣੀ ਕਿਤਾਬ 'ਚ ਜ਼ਿਕਰ ਕੀਤਾ ਹੈ ਕਿ ਅਮਰੀਕਾ ਅਤੇ ਚਾਈਨਾ ਦੇ ਸੀਕ੍ਰੇਟ ਮੀਟਿੰਗ ਪਾਕਿਸਤਾਨ 'ਚ ਹੁੰਦੀਆਂ ਰਹੀਆਂ, ਨਥੀਆ ਗਲੀ ਜਾਂ ਪਤਾ ਨਹੀਂ ਕਿਹੜੀ ਜਗ੍ਹਾ। ਔਰ ਉਹਦੇ ਨਤੀਜੇ 'ਤੇ ਰਿਚਰਡ ਨਿਕਸਨ ਨੇ ਚੀਨ ਦਾ ਦੌਰਾ ਕੀਤਾ ਸੀ। ਚੂਨ ਲਾਈ ਹੁੰਦਾ ਸੀ ਪ੍ਰਾਈਮ ਮਿਨਿਸਟਰ, ਤੇ ਚੂਨ ਲਾਈ ਜਦੋਂ ਮਤਲਬ ਇਹ ਵਾਰ ਵਾਜ਼ ਐਟ ਇਟਸ ਪੀਕ ਤੇ ਰਿਚਰਡ ਨਿਕਸਨ ਗਿਆ ਸੀ ਚਾਈਨਾ, ਤੇ ਉਹ ਪਾਕਿਸਤਾਨ ਪਲੇਡ ਏ ਵੈਰੀ ਇੰਪੋਰਟੈਂਟ ਰੋਲ ਇਨ ਰਿਕਨਸੀਲੀਏਸ਼ਨ ਐਂਡ ਐਂਡਿੰਗ ਦਿਸ ਜਿਹੜਾ ਵੀਅਤਨਾਮ 'ਚ ਅਮਰੀਕਾ ਬੰਬਾਰੀ ਕਰ ਰਿਹਾ ਸੀ, ਤੇ ਚਾਈਨਾ ਤੇ ਅਮਰੀਕਾ ਦੀ ਦੋਸਤੀ 'ਚ ਪਾਕਿਸਤਾਨ ਨੇ ਇੱਕ ਬੜਾ ਅਹਿਮ ਕਿਰਦਾਰ ਅਦਾ ਕੀਤਾ ਸੀ।
मैं काफ़ी किताबां पढ़ता रहना, तो एक मतलब एक मैनू वाकया याद है कि चीन ਦੀ ਹੁਣ ਅਮਰੀਕਾ ਨਾਲ ਦੋਸਤੀ ਹੋ ਗਈ ਹੈ। ਪਹਿਲੇ ਬੜੇ ਦੇਵਰ ਆਰਚ ਐਨੀਮੀਜ਼, ਜਦੋਂ ਵਿਅਤਨਾਮ 'ਚ ਅਮਰੀਕਾ ਬੰਬਾਰੀ ਕਰ ਰਿਹਾ ਸੀ ਤੇ ਦੇਵਰ ਮਤਲਬ ਦੇਵਰ ਵੈਰੀ ਬਿਟਰ ਐਨੀਮੀਜ਼। ਲੇਕਿਨ ਹੁਣ ਚਾਈਨਾ ਜਿਹੜਾ ਸੁਪਰ ਪਾਵਰ ਬਣ ਕੇ ਉੱਭਰ ਰਿਹਾ ਹੈ ਤੇ ਅਮਰੀਕਾ ਦੀ ਆਕੜ ਜਿੰਨੀ ਭੁੰਨੀ ਗਈ ਹੈ। ਤੇ ਇਟਸ ਅ ਗੁੱਡ ਸਾਈਨ ਕਿ ਦੂਸਰੇ ਮਮਾਲਕ ਜਿਹੜੇ ਨੇ ਅਮਰੀਕਾ ਦੀ ਜਿਹੜੀ ਸੁਪਰੀਮੇਸੀ ਨੂੰ ਮਤਲਬ ਕਾਊਂਟਰ ਬੈਲੈਂਸ ਕਰ ਰਹੇ ਨੇ। थैंक यू जी, थैंक यू मोहम्मद साहब, बहुत बहुत मेहरबानी। ये तो मेरे वीर मोहम्मद होनी जिन्होंने अपने विचार तुहाडे नाल मेरे नाल साझे कीते। तुसीं इहदे बारे की कहना चाहुंदे आ? क्योंकि पिछे जाए मणिपुर में जो कुछ जानी कि होया, बहुत सारिया औरतां ते बहुत सारे जिहड़े प्रोग्रेसिव लोग हैगे आ उहदे खिलाफ बड़ा डट के मुजाहरा कर रहे थे, होना भी चाहिए। हैलो जी, कौन थे जी, कित्थों बोलना जी? डॉक्टर साहब मैं फकीर चंद चौहान बोलदा बर्मिंघम। चौहान साहब तुहाडा वेलकम है, खुश आमदीद। तुसीं इस बड़े गंभीर मसले बारे की कहना चाहुंदे आ? देखो पहले तो ਜਿਹੜਾ आपने अज एक किताब शुरू की है, इससे भी आपकी बहुत शलाघा करते हैं। थैंक यू जी, थैंक यू। ते दूसरा ਜਿਹੜਾ कि धरने तो मुजाहरे, हाँ जी, क्योंकि जिथे भी किते बेइंसाफी होवे, चाहे वो छोटी बेइंसाफी है चाहे कोई मुल्क की गुलामी है, ये बहुत जरूरी है। क्योंकि इन्हां तो बिना मतलब ਜਿਹੜਾ प्रोटेस्ट है, ਜਿਹੜਾ संघर्ष है ਜਾਂ स्ट्रगल है, ये जरूरी है बहुत। पर जिस तरह तुसीं जिक्र किया भी अज हुण 14 अगस्त आ, भी जिहड़ा ब्रिटिश साम्राज है इन्हें जद ये मतलब जापान सरैंडर हो गया सी ते 15 जानी नहीं किया सी भी असीं 15 मतलब अगस्त नूं आज़ादी देनी है। उदों ये पहला ये भी नहीं सी पता भी 2 मुल्क बनने हैं। हाँ जी, हाँ जी। क्योंकि जे 1945 दे विच किसे नूं पता नहीं सी। पर फिर वो देखो जिस तरह की वो गल चली जानी, मतलब ये नहीं कहता भी 2 मुल्क बन रहे हैं और वो जानी 3 बंदियां दे दस्तखत है। क्योंकि ब्रिटिश गवर्नमेंट की नहीं तो आज़ादी देनी सी, लॉर्ड माउंटनबैटन उत्थे गया सी। हाँ जी, हाँ जी। तो कांग्रेस वालों जवाहर लाल नेहरू ते मुस्लिम लीग वालों मोहम्मद अली जिन्नाह। पर हुण ये दिन दी तुसीं देखो भी तुसीं ये जिहड़ा प्रोग्राम है लोकां नूं जानकारी भी होनी चाहिदी है भी जद फिर हुण वो पाकिस्तान नूं तो 14 नूं आज़ादी उन्हें माउंटबैटन ने कराची जाना सी क्योंकि उत्थे झंडे की रस्म करनी सी। पर इंडिया की जिहड़ी 15 दी है वो भी जानी मतलब उहदे विच दसना चाहिए भी जाने जिहड़ा रजिंदर प्रसाद है एक ज्योतिषी कोल गया सी। अच्छा, ज्योतिषी कोल गया भी असीं आज़ादी लैनी है, किहड़े दिन लईए? अच्छा, तो वो तुसीं देखो भी वो ज्योतिषी ने कहा भी 14 अगस्त ही ठीक है। अच्छा, वो जानी कॉन्स्टिट्यूएंट असेंबली तो ये सारी चीज लुको के रखी गई। अच्छा, जानी वो जवाहरलाल नेहरू ने ये गल नूं बाहर नहीं लीक किया, उन्हें कहा भी कोई नहीं 14 नूं कर लेंदे आ भी आपां अद्धी रात नूं ले लवांगे आज़ादी। तुसीं देखो भी माउंटबैटन उत्थों आया, आके तां जानी कॉन्स्टिट्यूएंट असेंबली इंडिया की बैठी हुई सी तो अद्धी रात तो शुरू कर दिता भी उन्होंने भी ठीक कर लिया ज्योतिषी नूं, तो मूहरे 15 अगस्त भी आ गया। क्योंकि देखो दुनिया का बड़ा एक देश है, मुजाहरे नाल कुर्बानियां तो आज़ादी मिली है, उत्ते ज्योतिषी का की काम सी? एब्सोल्युटली, एब्सोल्युटली। यानी ये देखो ये शुरुआत किद्दां दी कीती है और देखो ये जिहड़ा आज़ादी है नहीं मिलती। बिल्कुल बिल्कुल। फिर जिद्दां हुण आज़ादी दी गल है, आज़ादी का मतलब है सारे लोगों की आज़ादी। हाँ जी, हाँ जी, हाँ जी, हाँ जी। विचे औरतां दी भी आज़ादी। बिल्कुल जी, बिल्कुल बिल्कुल। हुण तुसीं देखो जिहड़ा एवें कही जांदे जी अंग्रेज़ां दे विच दोष कड्ढी जांदे आ, भी पूरा उहनूं स्ट्रगल नूं देखो भी जानी उत्थे जानी 2 मूवमेंटां चलियां। एक तो जिहड़ा उत्थे जिहड़ा वरण व्यवस्था है विरुद्ध जिहड़ी है कल्चरल रिवोल्ट चली है। एब्सोल्युटली, एब्सोल्युटली। क्योंकि ज्योतिबा फुले सावित्री बाई फुले उन्हीं वो चलाई जानी। हाँ जी, हाँ जी। तुसीं देखो भी बड़ी तो गल है जदों विद्या ही नहीं सी पढ़न दिंदे, वो सिस्टम ही इदां दा बनाया सी भी इन्ने लोकां नूं औरतां नूं असीं पढ़ने नहीं देना। हाँ जी, हाँ जी, हाँ जी, हाँ जी। पर वो तुसीं देखो नहीं वो रिवोल्ट चलाया और बाद दे विच वो जिहड़ी रिवोल्ट वधी है, इत्थे मैं जरूर दसना चाहना भी जिहड़ा वाइकम का अंदोलन चलिया जिथे हुण केरला स्टेट बनी है, इत्थे मनुवादी राजियां दा राज सी। वो तो लोकां नूं सड़कां ते तुरने नहीं सी दिंदे। जानी वो कहिंदे सीगे भी जे तुसीं जिन्हां नूं अछूत किया जांदा भी जे तुसीं इन्हां सड़कां ते चले तां साडा तां आदर मान ही खत्म होना। वो तुसीं देखो भी नारायणा गुरु ने मूवमेंट चलाई हो
स्वामी नायकर ने जानी ਉਹਦੀ ਮਦਦ ਕੀਤੀ ਔਰ ਜਿਸ ਵੇਲੇ ਗੱਲ ਚੱਲੀ ਤਾਂ ਉਹ ਗਾਂਧੀ ਇੰਨਾ ਨਾਰਾਜ਼ ਹੋਇਆ, ਉਹ ਕਹਿੰਦਾ ਵੀ ਤੁਹਾਨੂੰ ਇਹ ਅੰਦੋਲਨ ਨਹੀਂ ਚਲਾਉਣਾ ਚਾਹੀਦਾ ਵੀ ਅੰਗਰੇਜ਼ਾਂ ਦੇ ਵਿਰੁੱਧ ਜਿਹੜਾ ਅੰਦੋਲਨ ਹੈ ਉਹ ਸੱਤਿਆਗ੍ਰਹਿ ਆ ਤੇ ਤੁਹਾਡਾ ਦੁਰਾਗ੍ਰਹਿ ਆ। ਦੇਖੋ ਕਿੰਨੀ ਮਾੜੀ ਗੱਲ ਆ ਵੀ ਤੁਸੀਂ ਆਪਣੇ ਲੋਕਾਂ ਨੂੰ ਤਾਂ ਸੜਕਾਂ ਤੇ ਤੁਰ ਨਹੀਂ ਦਿੰਦੇ, ਪਾਣੀ ਨਹੀਂ ਦਿੰਦੇ, ਖੂਹਾਂ ਤੇ ਪਾਣੀ ਨਹੀਂ ਪੀਣ ਦਿੰਦੇ ਔਰ ਅੰਗਰੇਜ਼ਾਂ ਤੋਂ ਆਜ਼ਾਦੀ ਮੰਗਦੇ। ਬਿਲਕੁਲ ਬਿਲਕੁਲ। ਪਰ ਇਹ ਜਿਹੜਾ ਦੇਖੋ ਇਹ ਜਿਹੜਾ ਘੋਲ ਚੱਲਿਆ ਵੀ ਜਿਹੜੇ ਜਿੰਨੀ ਸਹੀ ਆਜ਼ਾਦੀ ਲੜੇ ਆ, ਜਿੱਦਾਂ ਸ਼ਹੀਦ ਊਧਮ ਸਿੰਘ, ਭਗਤ ਸਿੰਘ, ਉਹ ਜਾਣੀ ਉਹ ਚਾਹੁੰਦੇ ਸੀ ਵੀ ਸਾਰੇ ਲੋਕਾਂ ਲਈ ਆਜ਼ਾਦੀ। ਐਬਸੋਲੂਟਲੀ ਇਸ ਕਰਕੇ ਜਿਹੜਾ ਜੋ ਕੁਝ ਅੱਜ ਆਪਾਂ ਦੇਖ ਰਹੇ ਹਾਂ, ਅੱਜ ਦੇਖੋ ਇਸ ਦੌਰ ਦੇ ਵਿੱਚ ਪਹੁੰਚ ਗਏ ਹਾਂ ਵੀ ਆਜ਼ਾਦੀ ਨੂੰ ਰੱਖਣਾ ਕਿੱਦਾਂ ਬਚਾ ਕੇ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਜਿਹੜੀ ਆਜ਼ਾਦੀ ਆ ਉਹ ਤਾਂ ਕਦੇ ਵੀ ਖਤਰੇ 'ਚ ਪੈ ਸਕਦੀ ਹੈ। ਤੁਸੀਂ ਦੇਖਦੇ ਆ ਵੀ ਮੁਲਕ ਮੁੜ ਮੁੜ ਕੇ ਗੁਲਾਮ ਵੀ ਹੋ ਸਕਦੇ, ਮੁਲਕ ਟੁੱਟਦੇ ਵੀ ਆ। ਦੇਖੋ ਜਰਮਨ ਕਿੱਡੀ ਵੱਡੀ ਪਾਵਰ ਸੀ, ਇਹਦਾ ਟੋਟੇ ਹੋ ਗਏ ਸੀ। ਹਾਂਜੀ ਹਾਂਜੀ ਹਾਂਜੀ। ਪਰ ਉਹ ਨਹੀਂ ਕੀਤੇ ਜਿਹੜੇ ਲੋਕ ਆ ਉਹ ਜਾਨੀ ਇਕੁਐਲਿਟੀ ਦੇ ਵਿੱਚ ਯਕੀਨ ਨਹੀਂ ਸੀ ਕਰਦੇ। ਸਮਾਜ ਦੇ ਵਿੱਚ ਇਕੁਐਲਿਟੀ, ਲਿਬਰਟੀ ਤੇ ਫਰਟਰਨਿਟੀ ਜ਼ਰੂਰੀ ਆ। ਹਾਂਜੀ ਹਾਂਜੀ। ਉਹ ਜਾਨੀ ਭਾਰਤ ਦੇ ਜਿਹੜੀ ਮਿਲੀ ਆ ਉਹ ਸੰਵਿਧਾਨ ਕਰਕੇ ਮਿਲੀ ਆ। ਹਾਂਜੀ ਹਾਂਜੀ ਹਾਂਜੀ। ਔਰ ਲੋਕਾਂ ਨੇ ਜਦੋਜਹਿਦ ਕੀਤੀ, ਸਭ ਕੁਛ ਕੀਤਾ ਔਰ ਇਹ ਐਡੀ ਵੱਡੀ ਤਾਕਤ ਮੰਨੀ ਆਜ਼ਾਦੀ ਦੇਣ ਲਈ। ਤੇ ਜੋ ਕੁਝ ਮਿਲਦਾ ਹੈਗਾ ਉਹ ਜ਼ਰੂਰ ਸਟਰਗਲ ਕਰਨਾ ਪੈਂਦਾ। ਐਬਸੋਲੂਟਲੀ ਓਕੇ। ਇਸ ਕਰਕੇ ਜਿਹੜੇ ਧਰਨੇ ਤਾਂ ਮੁਜ਼ਾਹਰੇ ਜ਼ਰੂਰੀ ਆ, ਪਰ ਨਾਲ ਸੋਚਣਾ ਵੀ ਚਾਹੀਦਾ ਵੀ ਉਹ ਜਿਹੜੇ ਹਿੰਸਕ ਨਹੀਂ ਹੋਣੇ ਚਾਹੀਦੇ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਜਿਸ ਵੇਲੇ ਉਹਨਾਂ ਦੇ ਵਿੱਚ ਤੁਸੀਂ ਗਲਤ ਗੱਲਾਂ ਹੋਣ ਲੱਗ ਪੈਂਦੀਆਂ ਨਾ ਔਰ ਵਾਇਲੈਂਸ ਹੋਣ ਲੱਗ ਪੈਂਦੀ ਆ, ਫਿਰ ਉਹ ਸਫਲ ਨਹੀਂ ਹੁੰਦੇ। ਹਾਂਜੀ ਹਾਂਜੀ। ਇਸ ਕਰਕੇ ਕੋਈ ਵੀ ਜਿਹੜਾ ਸੰਘਰਸ਼ ਆ ਉਹੀ ਸਫਲ ਜਿਹੜਾ ਹੁੰਦਾ, ਉਹੀ ਇਤਿਹਾਸ ਦਾ ਭਾਗ ਬਣਦਾ। ਥੈਂਕ ਯੂ ਜੀ, ਥੈਂਕ ਯੂ। ਹੁਣ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਅਮਰੀਕਾ ਦਾ, ਤੁਸੀਂ ਦੇਖੋ ਅਮਰੀਕਾ ਕਿੱਡੀ ਵੱਡੀ ਤਾਕਤ ਸੀ। ਹਾਂਜੀ ਹਾਂਜੀ। ਇਹਨੇ ਵੀਅਤਨਾਮ ਦੇ ਵਿੱਚ ਕਿੱਦਾਂ ਬੰਬ ਬਰਾਏ। ਬਿਲਕੁਲ ਬਿਲਕੁਲ। ਪਰ ਉੱਥੋਂ ਦੌੜਨਾ ਪਿਆ ਇਹਨਾਂ ਨੂੰ। ਹਾਂਜੀ ਹਾਂਜੀ ਹਾਂਜੀ। ਔਰ ਇੱਥੇ ਲੰਡਨ ਦੇ ਵਿੱਚ ਇੰਨੇ ਜ਼ਬਰਦਸਤ ਮੁਜ਼ਾਹਰੇ ਹੋਏ ਜਾਨੀ, ਕਿਉਂਕਿ ਇੱਥੇ ਤੁਹਾਨੂੰ ਮੁਜ਼ਾਹਰੇ ਕਰਨ ਦਾ ਹੱਕ ਆ। ਹੁਣ ਤੁਸੀਂ ਦੇਖੋ ਵੀ ਉਹ ਵੀਅਤਨਾਮ ਤਾਂ ਇੱਥੋਂ ਦੂਰ ਆ ਕਾਫੀ, ਪਰ ਅਮਰੀਕਾ ਚੁੱਕ ਗਿਆ ਜਾਨੀ। ਹਾਂਜੀ ਹਾਂਜੀ। ਇਸ ਕਰਕੇ ਜਿਹੜੀ ਮਤਲਬ ਜ਼ਰੂਰੀ ਆ ਜਾਨੀ ਪ੍ਰੋਟੈਸਟ ਕਰਨਾ। ਜਿਹੜਾ ਡਾਕਟਰ ਅੰਬੇਡਕਰ ਦਾ ਸੰਦੇਸ਼ ਸੀ, ਐਜੂਕੇਟ, ਐਜੀਟੇਟ ਤੇ ਆਰਗੇਨਾਈਜ਼। ਬਿਲਕੁਲ ਜੀ, ਬਿਲਕੁਲ ਬਿਲਕੁਲ। ਇਹ ਜ਼ਰੂਰ ਮਤਲਬ ਸਮਾਜ ਦੀ ਬਰਾਬਰੀ ਲਈ ਚਾਹੀਦਾ ਹੈਗਾ। ਇੰਨਾ ਹੀ ਕਹਿੰਦਾ ਹੈ। ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ। ਇਹ ਤਾਂ ਸੀ ਮੇਰੇ ਵੀਰ ਚੌਹਾਨ ਸਾਹਿਬ, ਫਕੀਰ ਚੰਦ ਚੌਹਾਨ ਹੋਣੀ ਬਰਮਿੰਘਮ ਤੋਂ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਕਿਉਂਕਿ ਜਿਹੜੀ ਕਲਚਰਲ ਆਜ਼ਾਦੀ ਹੈਗੀ ਆ, ਉਹ ਜਿਹੜੀ ਰਾਜਨੀਤਿਕ ਆਜ਼ਾਦੀ ਤਾਂ ਲਈ ਜਾ ਸਕਦੀ ਹੈ, ਪਰ ਜਿਹੜੀ ਕਲਚਰਲ ਆਜ਼ਾਦੀ ਹੈ, ਲਾਲਾ ਹਰਦਿਆਲ ਕਹਿੰਦਾ ਸੀ, ਉਹ ਕਹਿੰਦਾ ਜਾਣੀ ਜਿਹੜੀ ਹੈਗੀ ਆ ਉਹਦੇ ਲਈ ਸਾਨੂੰ ਹੋਰ ਵੀ ਸਟਰਗਲ ਕਰਨੀ ਪੈਂਦੀ ਹੈ ਅਤੇ ਉਹ ਛੇਤੀ ਕਿਤੇ ਆਪਾਂ ਨਹੀਂ ਅਚੀਵ ਕਰ ਸਕਦੇ ਜੇ ਅਸੀਂ ਉਹਦੇ ਖਿਲਾਫ ਰੋਸ ਮੁਜ਼ਾਹਰੇ ਨਹੀਂ ਕਰਦੇ, ਧਰਨੇ ਨਹੀਂ ਦਿੰਦੇ ਹੈਗੇ। ਉਨੀ ਦੇਰ ਜਿਹੜੀ ਬਰਾਬਰਤਾ ਨਹੀਂ ਆਉਂਦੀ ਹੈ, ਚਾਹੇ ਔਰਤਾਂ ਦੀ ਆਜ਼ਾਦੀ ਹੈ, ਚਾਹੇ ਡਿਸੇਬਲਡ ਲੋਕੀ ਹੈ, ਚਾਹੇ ਯਾਨੀ ਕਿ ਹੋਰ ਕੋਈ ਜਿਹੜਾ ਮਾਈਨੋਰਟੀ ਕਮਿਊਨਿਟੀਜ਼ ਹੈ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਡਾਕਟਰ ਸਾਹਿਬ, ਨਮਸਕਾਰ। ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ। ਮਾਨ ਸਾਹਿਬ। ਹਾਂਜੀ, ਤੁਹਾਡਾ ਜਿਹੜਾ ਅੱਜ ਮੁੱਦਾ ਬਹੁਤ ਹੀ ਪਚੀਦਾ ਲੈ ਕੇ ਆਏ ਹੋ। ਹਾਂਜੀ। ਪਹਿਲੇ ਤਾਂ ਪਾਕਿਸਤਾਨ ਦੇ ਲੋਕਾਂ ਨੂੰ ਆਜ਼ਾਦੀ ਦੀਆਂ ਮੁਬਾਰਕਾਂ। ਹਾਂਜੀ। ਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜਾ ਐਜੀਟੇਸ਼ਨ ਜਾਂ ਜਿਹੜੇ ਪ੍ਰੋਟੈਸਟ ਆ, ਇਹ ਹੋਣੇ ਜ਼ਰੂਰ ਚਾਹੀਦੇ ਆ, ਪਰ ਸ਼ਾਂਤੀਪੂਰਵਕ ਹੋਣੇ ਚਾਹੀਦੇ ਆ। ਹਾਂਜੀ ਹਾਂਜੀ। ਦੇਖੋ ਭਾਰਤ ਦੀ ਹਾਲਤ ਕਿੱਦਾਂ ਦੀ ਸੀਗੀ, ਉੱਥੇ ਤਲਾਅ ਦੇ ਵਿੱਚ ਜਾਂ ਹੋਰ ਟੋਭਿਆਂ ਖੂਹਾਂ ਦੇ ਵਿੱਚ ਕੁੱਤੇ, ਬਿੱਲੀਆਂ ਤੇ ਪਸ਼ੂ ਤਾਂ ਪਾਣੀ ਪੀ ਸਕਦੇ ਸੀ। ਬਿਲਕੁਲ ਬਿਲਕੁਲ। ਇਨਸਾਨ ਨਹੀਂ ਸੀ ਪਾਣੀ ਪੀ ਸਕਦਾ। ਤੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਉਸ ਵੇਲੇ ਪ੍ਰੋਟੈਸਟ ਕੀਤਾ ਕਿ ਸਾਨੂੰ ਵੀ ਹੱਕ ਹੋਣਾ ਚਾਹੀਦਾ, ਅਸੀਂ ਵੀ ਰੱਬ ਦੇ ਭਾਰਤ ਦੇ ਇਨਸਾਨ ਆ। ਤੇ ਉਹਨਾਂ ਨੇ ਜਦੋਜਹਿਦ ਕੀਤੀ ਤੇ ਉੱਥੇ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ। ਉੱਥੇ ਲੋਕਾਂ ਨੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਦੇਖੋ ਕਿੱਡਾ ਬੜਾ ਜ਼ੁਲਮ ਆ ਭਾਰਤ ਦੇ ਜਿਹੜੇ ਇਹ ਆਪਣੇ ਆਪ ਨੂੰ ਕਿਹਦੇ ਨਾਲ ਮਨੂਵਾਦੀ ਲੋਕ ਆਉਂਦੇ ਆ, ਉਹਨਾਂ ਨੇ ਅਸੀਂ ਅੱਜ ਜਿਹੜਾ ਬਿਸਲਰੀ ਪਾਣੀ ਪੀਂਦੇ ਹਾਂ ਬਾਬਾ ਸਾਹਿਬ ਦੀ ਦੇਣ ਆ, ਔਰ ਉਹਨਾਂ ਨੇ ਆਪਣਾ ਖੂਨ ਬਹਾਇਆ ਉੱਥੇ ਇਸ ਪਾਣੀ ਦੀ ਖਾਤਰ। ਤੇ ਦੂਸਰੀ ਗੱਲ ਹੈ, ਮੈਂ ਜ਼ਿਆਦਾ ਨਹੀਂ ਕਹੂੰਗਾ। ਦੇਖੋ ਬਾਬਾ ਸਾਹਿਬ ਨੇ 1932 ਦੇ ਵਿੱਚ ਗੋਲਮੇਜ ਕਾਨਫਰੰਸ ਦੇ ਵਿੱਚ ਇੰਗਲੈਂਡ ਦੇ ਵਿੱਚ ਜਿਹੜੇ ਗਰੀਬ ਲੋਕ ਸੀ ਉਹਨਾਂ ਲਈ ਪੂਰੇ ਹੱਕ ਲੈਣ ਲਈ ਜਦੋਂ ਉੱਥੇ ਆਪਣੀ ਮੀਟਿੰਗ ਦੇ ਵਿੱਚ ਹੱਕ ਲਏ, ਗੋਰਿਆਂ ਨੂੰ ਦੱਸਿਆ ਕਿ ਅਸੀਂ ਲੋਕ ਜਿਹੜੇ ਆ, ਸਾਡੇ ਨਾਲ ਜ਼ਿਆਦਤੀ ਹੁੰਦੀ ਆ, ਅਸੀਂ ਲੋਕ ਅਗਰ ਆਜ਼ਾਦੀ ਦੇਣੀ, ਪਹਿਲਾਂ ਸਾਡੇ ਲੋਕਾਂ ਨੂੰ, ਇਹ ਲੋਕ ਸਾਨੂੰ ਆਜ਼ਾਦ ਕਰਨ, ਫਿਰ ਸਾਨੂੰ ਪੂਰੀ ਆਜ਼ਾਦੀ ਚਾਹੀਦੀ ਆ। ਤੇ ਬ੍ਰਿਟਿਸ਼ ਗੌਰਮੈਂਟ ਨੇ ਸਾਡੇ ਲੋਕਾਂ ਨੂੰ 2 ਰਾਈਟ ਦਿੱਤੇ, 2 ਵੋਟਾਂ ਦਾ ਰਾਈਟ ਦਿੱਤਾ। ਉਹ 2 ਵੋਟਾਂ ਦਾ ਰਾਈਟ ਜਿਸ ਵੇਲੇ ਬਾਬਾ ਸਾਹਿਬ ਲੈ ਕੇ ਭਾਰਤ ਚਲੇ ਗਏ
ਤੇ ਜਾਣਾ ਸੀ ਤੇ ਉੱਥੇ ਉਹਨਾਂ ਨੇ ਮਨਜ਼ੂਰ ਕਰ ਲਿਆ ਇੱਥੇ। ਤੇ ਜਦੋਂ ਗਾਂਧੀ ਨੂੰ ਪਤਾ ਲੱਗਾ ਕਿ ਇਹ ਤਾਂ ਸਾਰਾ ਕੁਝ ਇਹ ਲੋਕ ਲੈ ਜਾਣਗੇ ਕਿਉਂਕਿ ਸਾਰਾ ਰਾਜ ਸੱਤਾ ਇਹਨਾਂ ਦੇ ਹੱਕ ਵਿੱਚ ਆ ਜਾਏਗੀ ਔਰ ਇਹਨਾਂ ਨੂੰ ਬਰਾਬਰ ਦੇ ਹੱਕ ਮਿਲ ਗਏ ਆ, ਤਾਂ ਉਹਨਾਂ ਨੇ ਨਰਮਦਾ ਜੇਲ੍ਹ ਦੇ ਵਿੱਚ ਜਾ ਕੇ ਮਰਨ ਵਰਤ ਰੱਖ ਦਿੱਤਾ। ਕਿਉਂਕਿ ਇੱਕ ਤਾਂ ਪ੍ਰੋਟੈਸਟ ਜਿਹੜਾ ਹੁੰਦਾ ਹੈ ਲੋਕਾਂ ਦੀ ਭਲਾਈ ਵਾਸਤੇ ਹੁੰਦਾ। ਬਿਲਕੁਲ ਬਿਲਕੁਲ। ਇਹ ਜਿਹੜਾ ਉਹਨਾਂ ਨੇ ਮਰਨ ਵਰਤ ਰੱਖਿਆ, ਜਿਹੜਾ ਪ੍ਰੋਟੈਸਟ ਕੀਤਾ ਉੱਥੇ, ਇਹ ਲੋਕਾਂ ਦੇ ਨੁਕਸਾਨ ਵਾਸਤੇ ਕੀਤਾ। ਕਿਉਂਕਿ ਇਹੋ ਜਿਹੇ ਜਿਹੜੇ ਲੋਕ ਅਸੀਂ ਉਹਨਾਂ ਨੂੰ ਮਹਾਤਮਾ ਕਹਿੰਦੇ ਆ, ਉਹ ਮਹਾਤਮਾ ਨੇ ਜਿਨ੍ਹਾਂ ਨੇ ਲੱਖਾਂ ਕਰੋੜਾਂ ਗਰੀਬਾਂ ਲੋਕਾਂ ਦੇ ਅਧਿਕਾਰ ਖੋਲੇ ਕਿ ਇਹ ਜਿਹੜੇ ਹੈਗੇ ਅਧਿਕਾਰ ਸੀਗੇ ਅਗਰ ਅੱਜ ਭਾਰਤ ਦੇ ਵਿੱਚ ਹੁੰਦੇ ਤਾਂ ਭਾਰਤ ਦੀ ਜਿਹੜੀ ਦਸ਼ਾ ਹੀ ਕੋਈ ਹੋਰ ਹੋਣੀ ਚਾਹੀਦੀ ਸੀ। ਕਿਉਂਕਿ ਅਗਰ ਭਾਰਤ ਦੀ ਗੁਲਾਮੀ ਦਾ ਕਾਰਨ ਇਹੀ ਹੈ ਜਾਤ ਪਾਤ ਆ ਉੱਥੇ, ਔਰ ਉਹਨਾਂ ਲੋਕਾਂ ਦੇ ਨਾਲ ਬੇਇਨਸਾਫੀ ਹੋ ਰਹੀ ਆ, ਉਹਨਾਂ ਨੂੰ ਪੂਰੇ ਰਾਈਟ ਨਹੀਂ ਦਿੱਤੇ ਜਾ ਰਹੇ। ਅੱਜ ਵੀ ਦੇਖ ਲਓ ਮਨੀਪੁਰ ਦੇ ਵਿੱਚ ਕੀ ਹੋ ਰਿਹਾ, ਰਾਜਸਥਾਨ ਦੇ ਵਿੱਚ ਕੀ ਹੋ ਰਿਹਾ, ਡਿਫਰੈਂਟ ਕਿਤੇ ਸਟੇਟਾਂ ਦੇ ਵਿੱਚ ਗਰੀਬਾਂ ਲੋਕਾਂ ਨੂੰ ਮਾਰਿਆ ਸਾੜਿਆ, ਉਹਨਾਂ ਦੀਆਂ ਦੁਕਾਨਾਂ, ਉਹਨਾਂ ਦੀ ਬੇਇੱਜ਼ਤੀ ਕੀਤੀ ਹੈ ਔਰਤਾਂ ਦੀ, ਔਰ ਉਹਨਾਂ ਨੂੰ ਨੰਗੇ ਕਰਕੇ ਘੁਮਾਇਆ ਗਿਆ। ਇਹ ਭਾਰਤ ਦੀ ਦੇਖੋ ਕੀ ਹਾਲਤ ਹੋ ਸਕਦੀ ਹੈ। ਇਸ ਕਰਕੇ ਦਿਲ ਨੂੰ ਬੜਾ ਦੁੱਖ ਲੱਗਦਾ ਹੈਗਾ। ਤੇ ਬਾਕੀ ਵੀ ਮੇਰੇ ਵੀਰ ਲਾਈਨ 'ਚ ਲੱਗੇ ਹੋਣਗੇ। ਮੈਂ ਤਾਂ ਇੰਨਾ ਹੀ ਕਹੂੰਗਾ ਪ੍ਰੋਟੈਸਟ ਹੋਣਾ ਚਾਹੀਦਾ ਆ, ਲੋਕਾਂ ਦੀ ਭਲਾਈ ਵਾਸਤੇ ਹੋਣਾ ਚਾਹੀਦਾ, ਕਿਉਂਕਿ ਬਿਨਾਂ ਰੋਂਦਿਆਂ ਤਾਂ ਮਾਂ ਜਿਹੜੀ ਉਹ ਦੁੱਧ ਵੀ ਨਹੀਂ ਦਿੰਦੀ। ਓਕੇ ਜੀ, ਓਕੇ ਜੀ, ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ ਜੀ। ਇਹ ਤੁਸੀਂ ਮੇਰੇ ਵੀਰ ਪ੍ਰੇਮ ਮਾਨ ਹੋਣੀ ਜਿਹੜੇ ਮੇਰੇ ਵੀਰਾਂ ਦੇ ਵਿਚਾਰ ਹੈਗੇ ਆ ਉਹਨਾਂ ਦੇ ਆਪਣੇ ਹੈ, ਤੇ ਇਹਦੇ ਨਾਲ ਕੰਸਟੀਟਿਊਸ਼ਨ ਵੀ ਯਾਨੀ ਕਿ ਜਾਂ ਮੈਂ ਜਿਹੜਾ ਹੈਗਾ ਸਹਿਮਤ ਜਾਂ ਨਾ ਸਹਿਮਤ ਹੋਣਾ ਇਹ ਕੋਈ ਜ਼ਰੂਰੀ ਨਹੀਂ ਹੈ। ਸੋ ਇਸ ਕਰਕੇ ਇਹ ਗੱਲ ਜਾਣੀ ਕਿ ਬਹੁਤ ਕਲੀਅਰ ਕਰਨੀ ਪੈਂਦੀ ਹੈ, ਕਿਉਂਕਿ ਨਹੀਂ ਤਾਂ ਆਫਕੌਮ ਜਿਹੜਾ ਹੈਗਾ ਉਹ ਤੁਹਾਡੇ ਖਿਲਾਫ ਜਿਹੜਾ ਹੈਗਾ ਸ਼ਿਕਾਇਤ ਕਰ ਸਕਦਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? मैं डॉक्टर साहब खुशीराम जी, जय भीम। जय भीम। खुशीराम जी वेलकम। बोल रहा हूँ वैनकूवर तो। हाँ जी वेलकम जी। आज का जो विषय है आपका अगेन बहुत ही टॉपिकल है। हाँ जी, कि किस तरह से लोग अपने अपने हकूक के लिए एजिटेशन करते हैं। आपने ठीक ही ट्यूनीशिया में जो उस ट्यूनीशियन जेंटलमैन ने खुदकशी करके उसमें जो जिसे हम कहते हैं अरब स्प्रिंग उसका आगाज किया, और कितने ही देशों में वो अरब स्प्रिंग की वजह से चेंजेस आई। इसके अलावा आपने तो दुनिया भर के जितनी जहां जहां भी एजिटेशन होती रही है लोगों के अपने हुकूक के लिए, उसका खूब अच्छी तरह से जिक्र किया है। थैंक यू थैंक यू। इसका बेसिक कारण ये है कि जो हाकिम लोग होते हैं, जो लोग पावरफुल होते हैं, वो स्टेटस को में ही राजी रहते हैं, उसमें कोई चेंज नहीं मांगते, जबकि जो गरीब लोग होते हैं वो चेंज मांगते हैं। उनकी आवाज कोई नहीं सुनता। गरीबों के पास कोई और पावर नहीं होती सिवाय प्रोटेस्ट करने के, रोने के, एजिटेशन करने के, और यही तरीका है। देखिए, और हमेशा जैसे हमने आजादी ली तो गांधी जी की अपीलों से या सत्याग्रह से नहीं मिली, वहां बड़ी भारी एजिटेशन होती रही है जिसकी वजह से हमें सब कुछ मिला। अब सवाल ये है कि अब क्यों नहीं एजिटेशन हो रहे हैं? भारत में कितनी आबादी है? दुनिया के सब देशों में से इस वक्त भारत में सबसे ज्यादा आबादी है, लेकिन वहां जो है एक तरह से डिक्टेटरशिप का राज आ रहा है, अत्याचार हो रहे हैं, कोई एजिटेशन क्यों नहीं हो रही? उसका मैं बेसिक कारण ये समझता हूं कि भारतीय लोग जो हैं जात के बेसिस पर, धर्म के बेसिस पर, जबान के बेसिस पर सब बटे हुए हैं, और वो उनके यूनाइट होने के बहुत कम चांसेस हैं। बिल्कुल। ये जो स्थिति चली आ रही है कई सदियों से चली आ रही है, और लोग सीख नहीं रहे हैं कि एक्चुअली दो ही क्लासेस हैं, एक शोषित वर्ग, एक शोषण करने वाला। इस चीज को वो इम्पोर्टेंस नहीं देते हैं, और आप उसमें छोटी छोटी जो उनकी जरूरियात है उसके ऊपर वो एजिटेशन शुरू कर देते हैं। जो मेन एजिटेशन है कि किस तरह से ये जो एक्सप्लॉइटिंग सिस्टम है इसको चेंज करना है, उसके लिए कोई एजिटेशन नहीं हो रही। और देखिए, एक और बड़ी बात ये है कि एजिटेशन करने के लिए कुछ एम चाहिए। एम दो तरह का हो सकता है, एक पॉजिटिव और नेगेटिव। नेगेटिव चेंज का आजकल बहुत रिवाज है। एक एनिमी क्रिएट किया जाता है, उसके खिलाफ हेट पैदा की जाती है, और बाकी लोगों को मोबिलाइज किया जाता है, चाहे वो जो उनका ध्येय है, जो एम है, वो वाजिब है या नहीं वाजिब है। जैसे इस वक्त
दलितों की रिजर्वेशन के खिलाफ काफी एजिटेशन है दिली तौर पर, इसलिए इनकी एजिटेशन को वो कामयाब नहीं होने देते। इस तरह से इन्होंने एक तरह से एक और कम्युनिटी को एक अपना दुश्मन क्रिएट करके लोगों के दिलों में इतनी नफरत पैदा कर दी है कि लोग इस मामले में एजिटेशन करने के लिए तैयार ही नहीं है। हमारी जो भारतीय हाकिम जमात है वो बहुत चुस्त जमात है, उसको पता है कि लोगों को कैसे डिवाइड करना है और लोगों की जो एजिटेशन है उसको कैसे सप्रेस करना है। इसके लिए काफ़ी स्ट्रगल करनी पड़ेगी, बहुत कुर्बानी करनी पड़ेगी। लेकिन मेरे को बड़े अफसोस के साथ कहना पड़ता है कि जो पार्टीज, जो सेक्शन ऑफ पॉपुलेशन रियली चेंज चाहते हैं वो एकदम सोए हुए हैं, या तो वो डर के मारे हैं या इग्नोरेंस के बारे में। इसके लिए बड़ा कुर्बानियां करनी पड़ेंगी और हमें इस मामले में डॉक्टर बाबा साहब अम्बेडकर का जो स्लोगन है एजुकेट, एजिटेट एंड ऑर्गेनाइज, उसको अपनाना होगा। हर एक गरीब को उसमें शामिल होना होगा, तब जाके ये एजिटेशन होगी। थैंक यू वेरी मच। बहुत बहुत मेहरबानी मेरे वीर। ये तसी जी खुशी राव जी जोड़े वैनकूवर कैनेडा तो जिन्होंने फोन किया, जिन्होंने अपने विचार साढ़े साझे किए। जिस तरह पहले भी गल की जोड़े कॉलर्स है उन्होंने विचार अपने है, जरूरी नहीं मैं यानी कि कांशी टेलीविजन उन्होंने सहमत होइए या असहमत होइए। सो यानी कि तुहानूं खुल हैगी असीं एक प्लेटफार्म दिता है। तो जी गल प्रोटेस्ट की हैगी यानी कि जिस तरह मेरे वीर ने प्रेम मान होना ने गल सी की बई रोण तो बिना तो माँ भी दुध नहीं दिंदी है बच्चे नूं। सो इस करके जो तुहानूं लगदा तुहाडा बेइंसाफी हुंदी हैगी तुहाडा जिहड़ा हैगा जिहड़ा पक्षपात हो रहा है उस टाइम तुहाडा है फंडामेंटल राइट है दुनिया के किसी भी हिस्से में। हेलो जी, कौन सा जी, कित्थों बोल रहे हैं जी? हेलो हरीश जी। हाँ सूरज जी, हाँ जी वेलकम। दसाई साहब लाल सलाम। हाँ जी लाल सलाम जी। ਤੁਹਾਡਾ ਜਿਹੜਾ ਟੌਪਿਕ ਆ ਸਬਜੈਕਟ ਮੈਟਰ ਆ ਬਹੁਤ ਵਧੀਆ ਰੱਖਿਆ ਤੁਸੀਂ ਨੇ। ਥੈਂਕ ਯੂ ਜੀ, ਥੈਂਕ ਯੂ। ਜੋ ਕੁਝ ਤੁਸੀਂ ਸਵੇਰੇ ਮੈਨੂੰ ਭੇਜਿਆ ਮੈਂ ਪੜਿਆ, ਉਹਦੇ ਵਿੱਚ ਮੈਂ ਤੇ ਉਹਦੇ ਮੁਤਾਬਕ ਗੱਲ ਕਰੂੰਗਾ। ਬਾਕੀ ਉੱਦਾਂ ਕੰਟਰੀਬਿਊਟਰਸ ਜਿਹੜੇ ਹੈਗੇ ਉਹ ਆਪ ਆਪਣੇ ਖਿਆਲ ਰੱਖਦੇ ਆ। ਹਾਂਜੀ, ਉਹ ਸਾਰੇ ਤੇ ਆਪ ਆਪਣੇ ਖਿਆਲਾਂ ਦੀ ਕੋ ਵਕਤ ਹੁੰਦੀ ਆ। ਉਸ ਤੋਂ ਪਹਿਲਾਂ ਮੈਂ ਕਹਿ ਲਵਾਂ ਕਿ ਆ ਜਿਹੜੇ ਸਾਥੀ ਅਮਰੀਕਾ ਤੋਂ ਜਾਂ ਕੈਨੇਡਾ ਤੋਂ ਬੋਲ ਕੇ ਗਏ ਆ ਨਾ, ਉਹਨਾਂ ਦੇ ਖਿਆਲ ਬੜੇ ਅੱਛੇ ਸੀਗੇ। ਥੈਂਕ ਯੂ। ਹੋਰ ਵੀ ਸਾਰੇ ਆਪਣੇ ਆਪਣੇ ਖਿਆਲ। ਅਸਲ ਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਪ੍ਰੋਟੈਸਟ ਜਿਹੜੇ ਆ ਸਾਨੂੰ ਕਲਾਸ ਸੁਸਾਇਟੀ ਦੇ ਵਿੱਚ, ਕਲਾਸ ਸਟੱਡੀ ਦਾ ਭਾਵ ਜਿੱਥੇ ਕਿ ਮਜ਼ਦੂਰ ਜਮਾਤ ਤੇ ਜਿੱਥੇ ਲੋਟੂ ਜਮਾਤ ਐਗਜ਼ਿਸਟ ਕਰਦੀ ਹੋਵੇ, ਔਰ ਹਮੇਸ਼ਾ ਹੀ ਆਮ ਤੌਰ ਤੇ ਇਹੀ ਹੁੰਦਾ ਹੈਗਾ ਕਿ ਜਿਹੜੇ ਲੋਟੂ ਜਮਾਤ ਆ ਵਿਹਲੜ ਆ ਗਏ ਉਹਨਾਂ ਦਾ ਰਾਜ ਹੁੰਦਾ ਤੇ ਜਿਹੜੇ ਮਜ਼ਦੂਰ ਤੇ ਕਾਮੇ ਹੁੰਦੇ ਹੈਗੇ ਉਹ ਵਿਚਾਰੇ ਮਤਲਬ ਪ੍ਰੋਟੈਸਟ ਕਰਨੇ ਪੈਂਦੇ ਉਹਨਾਂ ਨੂੰ ਆਪਣੇ ਹੱਕ ਲੈਣ ਦੇ ਲਈ, ਆਪਣੇ ਜੀਣ ਦੇ ਲਈ ਹੱਕ ਲੈਣੇ ਪੈਂਦੇ ਆ। ਔਰ ਉਹਦੇ ਲਈ ਜਿਹੜੇ ਪ੍ਰੋਟੈਸਟ ਹੈਗੇ ਉਹ ਪਹਿਲਾਂ ਤਾਂ ਸ਼ੁਰੂ ਹੁੰਦੇ ਹੈਗੇ ਮਤਲਬ ਕੋਈ ਪੀਸਫੁਲ ਪ੍ਰੋਟੈਸਟ, ਲੇਕਿਨ ਜਦ ਮਤਲਬ ਪੀਸਫੁਲ ਪ੍ਰੋਟੈਸਟ ਇੰਨੇ ਲੋਕਾਂ ਦੇ ਵਿੱਚ ਉਹਨਾਂ ਦਾ ਅਸਰ ਪੈ ਜਾਵੇ ਜਾਂ ਉਹ ਬਹੁਤ ਲਾਰਜ ਵੱਡੀ ਤਾਦਾਦ ਦੇ ਵਿੱਚ ਮਤਲਬ ਲੋਕ ਇਕੱਠੇ ਹੋ ਜਾਣ ਤਾਂ ਫਿਰ ਹਕੂਮਤ ਉਹਨਾਂ ਦੇ ਉੱਤੇ ਮਤਲਬ ਤਸ਼ੱਦਦ ਕਰਦੀ ਆ, ਲੋਟੂ ਜਮਾਤ ਤਸ਼ੱਦਦ ਕਰਦੀ ਆ, ਜਿਹਦਾ ਫਿਰ ਸਾਨੂੰ ਸਾਹਮਣਾ ਕਰਨਾ ਪੈਂਦਾ। ਕਿਉਂਕਿ ਜਦ ਤੁਹਾਡੇ ਤੇ ਵਾਇਲੈਂਸ ਇੰਪੋਜ਼ ਕਰਦੇ ਆ ਤਾਂ ਫਿਰ ਤੁਹਾਨੂੰ ਵੀ ਉਹਦਾ ਜਵਾਬ ਦੇਣਾ ਪੈਂਦਾ। ਨਾਲ ਦੀ ਨਾਲ ਇਹ ਹੈਗਾ ਕਿ ਕਦੀ ਵੀ ਕੋਈ ਜਿਹੜਾ ਮਸਲਾ ਹੈਗਾ ਜਿਸ ਹਕੂਮਤ ਦੇ ਕੋਲ, ਜਿਨ੍ਹਾਂ ਲੋਕਾਂ ਦੇ ਕੋਲ ਤਾਕਤ ਵਾ, ਉਹ ਕਦੀ ਵੀ ਤਾਕਤ ਨਹੀਂ ਛੱਡਣਗੇ। ਕਿਉਂਕਿ ਤਾਕਤ ਕਾਹਦੇ ਲਈ? ਉਹਨਾਂ ਕੋਲ ਲੋਕਾਂ ਨੂੰ ਲੁੱਟਣ ਦੇ ਲਈ, ਲੋਕਾਂ ਨੂੰ ਆਪਸ ਵਿੱਚ ਵੰਡਣ ਲਈ, ਜਾਤਾਂ ਦੇ ਵਿੱਚ, ਧਰਮਾਂ ਦੇ ਵਿੱਚ। ਇਸ ਕਰਕੇ ਜੇ ਤੁਸੀਂ ਉਹਨਾਂ ਤੋਂ ਤਾਕਤ ਹੋਣੀ ਆ ਤੇ ਸਾਨੂੰ ਇਹ ਚੀਜ਼ ਦਾ ਪੂਰਾ ਗਿਆਨ ਹੋਣਾ ਚਾਹੀਦਾ ਕਿ ਇਹ ਪ੍ਰੋਟੈਸਟ ਜਿਹੜੇ ਉਸ ਪਾਸੇ ਵੱਲ ਨੂੰ ਜਾਣਗੇ ਜਦੋਂ ਕਿ ਲੋਕ ਇੰਨੇ ਛਾ ਜਾਣਗੇ, ਜਦੋਂ ਕਿ ਉਹ ਸਾਡੇ ਤੇ ਬੰਦੂਕਾਂ, ਗੋਲੀਆਂ, ਲਾਠੀਆਂ ਚਲਾਉਣਗੇ ਤੇ ਸਾਨੂੰ ਉਹਨਾਂ ਦਾ ਜਵਾਬ ਦੇਣਾ ਪਊਗਾ। ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਇਨਸਾਨਾਂ ਦੇ ਘੋਲ ਦੀ ਹਰ ਇੱਕ ਜਿਹੜੇ ਨਾ ਮਤਲਬ ਇਨਸਾਨ ਦੀ ਆਪ ਆਪਣੀ ਉਹ ਡਿਫਾਈਨ ਕਰਦੇ ਆ ਕਿ ਉਹਦਾ ਕੀ ਮਕਸਦ ਸੀਗਾ। ਲੇਕਿਨ ਮੈਂ ਇੱਦਾਂ ਸਮਝਾਂਗਾ ਕਿ ਜਿਹੜਾ ਫਾਰਮਰਸ ਐਂਡ ਵਰਕਰਸ ਦਾ ਪ੍ਰੋਟੈਸਟ ਸੀ ਨਾ, ਉਹਦਾ ਮਤਲਬ ਇਹ ਸੀਗਾ ਕਿ ਉਹਨੂੰ ਸਿਰਫ ਇਕਨੋਮਿਕ ਸਟਰਗਲ ਨਹੀਂ ਸੀਗੀ, ਉਹਦਾ ਇਹ ਵੀ ਸੀਗਾ ਕਿ ਤੁਸੀਂ ਇਹਨੂੰ ਪੋਲੀਟੀਕਲ ਸਟਰਗਲ ਬਣਾਉਣੀ ਆ। ਲੇਕਿਨ ਚਲੋ ਉਹਨਾਂ ਨੇ ਮਤਲਬ ਮਾਫੀ ਮੰਗ ਲਈ ਮੋਦੀ ਨੇ, ਉਹ ਥੋੜ੍ਹਾ ਬਹੁਤਾ ਮਸਲਾ ਹੱਲ ਹੋ ਗਿਆ। ਇੱਥੇ ਵੀ ਜਿਹੜੇ ਸਾਨੂੰ ਹੱਕ ਮਿਲੇ ਆ, ਜਿੱਦਾਂ ਕਹਿੰਦੇ ਨਾ ਕਿ ਇੱਥੇ ਆ ਬਹੁਤ ਸਾਡੀ ਤਰੱਕੀ ਆਈ ਤੇ ਬਹੁਤ, ਇਹ ਵੀ ਇੱਕ ਲੋਟੂ ਸਮਾਜ ਦੇ ਵਿੱਚ ਰਹਿੰਦੇ ਅਸੀਂ। ਬਿਲਕੁਲ ਲੋਟੂ ਸਮਾਜ ਦੇ ਵਿੱਚ ਇੱਥੇ ਸਾਨੂੰ ਜਿਹੜੀਆਂ ਥੋੜ੍ਹੀਆਂ ਬਹੁਤੀਆਂ ਖੁੱਲ੍ਹਾਂ ਮਿਲ ਗਈਆਂ, ਉਹ ਸਾਨੂੰ ਉਹਨਾਂ ਨੇ ਦਾਨ ਨਹੀਂ ਕੀਤੀਆਂ। ਉੱਥੇ
ट्रेड यूनियन ਦੇ ਵਿੱਚ ਲੋਕਾਂ ਨੇ ਘੋਲ ਕੀਤਾ। ਇੱਥੇ ਲੋਕਾਂ ਨੇ ਮਤਲਬ ਜੇ ਕੋਈ ਲੇਬਰ ਪਾਰਟੀ ਬਣਾਉਣ ਦੇ ਵਿੱਚ ਪਹਿਲਾਂ ਸ਼ੁਰੂ ਦੇ ਵਿੱਚ ਬੜੇ ਘੋਲ ਹੋਏ। ਇਸ ਕਰਕੇ ਇਹ ਨਾ ਸਮਝੀਏ ਕਿ ਇਹ ਬੜੀ ਦਾਨਸ਼ਵਰ ਸੁਸਾਇਟੀ ਹੈ। ਇਸ ਮੁਲਕ ਦੇ ਵਿੱਚ ਅੱਜ ਮੈਕਡੋਨਲਡ ਦੇ ਨਾਲੋਂ ਜ਼ਿਆਦਾ ਫੂਡ ਬੈਂਕਸ ਖੁੱਲੀਆਂ ਗਈਆਂ। ਸਾਨੂੰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਔਰ ਇਹ ਨਾ ਹੋਵੇ ਕਿ ਅਸੀਂ ਇਸ ਭੁਲੇਖੇ 'ਚ ਪੈ ਜਾਈਏ ਕਿ ਇੰਡੀਆ ਦੇ ਵਿੱਚ ਆਜ਼ਾਦੀ ਸਾਨੂੰ ਮਿਲ ਗਈ ਆ। ਇੰਡੀਆ ਦੇ ਵਿੱਚ ਆਜ਼ਾਦੀ ਅਜੇ ਨਹੀਂ ਮਿਲੀ। ਇੰਡੀਆ ਦੇ ਵਿੱਚ ਆਜ਼ਾਦੀ ਮਿਲਦੀ ਹੁੰਦੀ ਤੇ ਸਾਡੇ ਬੱਚੇ ਅਸੀਂ ਲੋਕ ਗਰਭ ਆਣ ਕੇ ਵਿਦੇਸ਼ਾਂ ਦੇ ਵਿੱਚ ਧੱਕੇ ਨਾ ਖਾਣ। ਇਹ ਵੱਖਰੀ ਗੱਲ ਆ ਜਿੱਥੇ ਇੱਥੇ ਮਿਹਨਤ ਕਰਕੇ ਅਸੀਂ ਹੁਣ ਵੈਲ ਸੈਟਲਡ ਹੈਗੇ। ਲੇਕਿਨ ਅਸਲੀ ਖਾਸਾ ਸਾਡਾ ਇਹੀ ਹੈਗਾ ਕਿ ਅਸੀਂ ਰੋਟੀ ਕਮਾਉਣ ਲਈ ਬਾਹਰ ਨਿਕਲੇ ਸੀਗੇ। ਉੱਥੋਂ ਰੋਟੀ ਕਮਾਉਂਦੇ ਅੱਜ ਕਿਸੇ ਮੁਲਕ 'ਚ ਦੇਖ ਲਓ। ਅੱਜ ਸਵੇਰੇ ਮੈਂ ਪੜ੍ਹਿਆ ਇੱਕ ਸਟੂਡੈਂਟ ਜਿਹੜਾ ਹੈਗਾ ਉਹ ਫੇਲ ਹੋ ਗਿਆ। ਉਹਦੇ ਪਿਓ ਨੇ ਵੀ ਖੁਦਕੁਸ਼ੀ ਕਰ ਲਈ, ਆਪ ਉਹਨੇ ਪਹਿਲਾਂ ਕੀਤੀ। ਇਹੋ ਜਿਹੀ ਹਾਲਤ 60 ਤੋਂ 70% ਲੋਕ ਜਿਹੜੇ ਆ ਉੱਥੇ, ਜਿਹੜਾ ਇੱਕ UN ਉਹਨੇ ਡਿਫਾਈਨ ਕੀਤਾ ਹੈਗਾ ਕਿ ਉੱਥੇ ਜਿਹੜੇ ਕਿ ਪੀਪਲ ਲਿਵਿੰਗ ਬਿਲੋ ਦਾ ਪਾਵਰਟੀ ਲਾਈਨ, ਉਹ 60 ਤੋਂ 70% ਇੰਡੀਆ ਦੇ ਵਿੱਚ ਅੱਜ ਉੱਥੇ ਉਸ ਹਾਲਤ ਦੇ ਵਿੱਚ ਰਹਿ ਰਿਹਾ। ਆਜ਼ਾਦੀ ਕਾਹਦੀ ਆ? ਆਜ਼ਾਦੀ ਇਸ ਕਿਸਮ ਦੀ ਆ ਕਿ ਉੱਥੇ 8, 9, 10 ਕਾਰਪੋਰੇਟ ਹਾਊਸਿਸ ਆ ਜਿਹੜੇ ਕਿ ਬਹੁਤ ਵੱਡੀ ਮਤਲਬ ਲੋਕਾਂ ਦੀ ਧਨ ਮਾਲ ਲੁੱਟ ਕੇ ਉਹ ਬਹੁਤ ਵੱਡੇ ਬਣਦੇ ਜਾ ਰਹੇ ਆ। ਲੇਕਿਨ ਨਾਲ ਦੀ ਨਾਲ ਇਹ ਆ ਕਿ ਬਾਕੀ ਲੋਕ ਜਿਹੜੇ ਉਹਨਾਂ ਦਾ ਕੀ ਹਾਲ ਆ? ਜੇ ਟਾਟੇ ਨੇ ਉਹ ਤੋਂ ਲੂਣ ਤੇਲ ਵੇਚ ਕੇ ਤੇ ਸਭ ਕੁਝ ਕੀਤਾ ਤਾਂ ਉਹਨੇ ਲਿਆਣ ਕੇ ਬ੍ਰਿਟਨ ਦੇ ਵਿੱਚ ਫੈਕਟਰੀ ਖੋਲ ਲਈ। ਅਡਾਨੀ ਅਬਾਨੀ ਨੇ ਵੀ ਖੋਲ ਲੈਣੀਆਂ, ਸਾਰੀਆਂ ਖੋਲ ਲਏ ਅੱਗੇ। ਸੋ ਇਸ ਕਰਕੇ ਸਾਥੀਓ, ਸਾਨੂੰ ਇਸ ਆਜ਼ਾਦੀ ਦੇ ਗੁਣ ਗਾਉਣ ਦੀ ਬਜਾਏ ਇਹਦੇ ਖਾਸੀਅਤ ਦੇ ਵਿੱਚ ਜਾਈਏ। ਅਸੀਂ ਇਹਦੀ ਖਾਸੀਅਤ ਦੇ ਵਿੱਚ ਜਾਣ ਦੇ ਨਾਲ ਅਸੀਂ ਉੱਥੇ ਆਪਣੇ ਲੋਕਾਂ ਨੂੰ ਸਲਾਹ ਦਈਏ ਕਿ ਜਾਤ ਪਾਤ ਤਦ ਖਤਮ ਹੋਏਗਾ ਜਦ ਇਨਕਲਾਬ ਆਵੇਗਾ। ਇਨਕਲਾਬ ਕੌਣ ਲਿਆਵੇਗਾ? ਇਨਕਲਾਬ ਦੀ ਸੋਚ ਜਿਹੜੀ ਆਮ ਲੋਕਾਂ ਦੇ ਵਿੱਚ ਹੈਗੀ ਪ੍ਰਚਲਿਤ। ਸੋਵੀਅਤ ਯੂਨੀਅਨ ਦੇ ਵਿੱਚ ਆਇਆ ਸੀ, ਚੀਨ ਦੇ ਵਿੱਚ ਆਇਆ ਸੀਗਾ ਔਰ ਹਿੰਦੁਸਤਾਨ ਦੇ ਵਿੱਚ ਆਉਣ ਵਾਲਾ ਡਿਊ ਹੈਗਾ। ਆਪਾਂ ਸਾਰੇ ਰਲ ਮਿਲ ਕੇ ਉਹਦੀ ਸਪੋਰਟ ਕਰੀਏ। ਇੱਥੇ ਵੀ ਜਿਹੜੇ ਪ੍ਰੋਟੈਸਟ ਆ ਉਹਨਾਂ ਦਾ ਖਾਸਾ ਉਸ ਪਾਸੇ ਵੱਲ ਹੋਣਾ ਚਾਹੀਦਾ। ਬਹੁਤ ਮਿਹਰਬਾਨੀ ਤੁਹਾਡੀ। ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ ਕਾਮਰੇਡ ਦੋਸਾਂਝ ਹੋਣੀ ਸੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਗੱਲ ਕੀਤੀ, ਹਰ ਇੱਕ ਦੇ ਵਿਚਾਰ ਆਪਣੇ ਹੈਗੇ ਆ। ਇਹ ਜ਼ਰੂਰੀ ਨਹੀਂ ਵੀ ਕਾਂਸਟੀਟਿਊਟ ਵੀ ਤੇ ਮੈਂ ਉਹਨਾਂ ਨਾਲ ਸਹਿਮਤ ਹੈਗੀ। ਅਜੇ ਵੀ ਤੋਂ 4 ਮਿੰਟ ਹੈਗੇ ਆ ਕਿਉਂਕਿ ਇਹ ਜਿਹੜੇ ਜਿਸ ਤਰ੍ਹਾਂ ਪਹਿਲਾਂ ਅਸੀਂ ਗੱਲ ਕੀਤੀ ਜਿਹੜੀ ਕਲਚਰਲ ਇਨਇਕੁਐਲਿਟੀ ਆ ਉਹਦੇ ਲਈ ਖਿਲਾਫ ਸਾਨੂੰ ਬਹੁਤ ਜ਼ਿਆਦਾ ਜਦੋਜਹਿਦ ਕਰਨੀ ਪੈਂਦੀ ਹੈ। ਹੈਲੋ ਜੀ, ਕੌਣ ਜੀ, ਕਿੱਥੋਂ ਬੋਲ ਰਿਹਾ ਜੀ? ਹੈਲੋ ਡਾਕਟਰ ਸਾਹਿਬ ਨਮਸਕਾਰ। ਹਾਂਜੀ ਸੁਮਨ ਸਾਹਿਬ। ਡਾਕਟਰ ਸਾਹਿਬ ਮੈਂ ਨਾਨ ਵਾਇਲੈਂਸ ਦਾ ਬਹੁਤ ਵੱਡਾ ਬਲੀਵਰ ਹਾਂ। ਹਾਂਜੀ ਥੈਂਕ ਯੂ ਜੀ। ਮੇਰੀ ਨਜ਼ਰ 'ਚ ਨਾਨ ਵਾਇਲੈਂਸ ਇੱਕ ਬੈਸਟ ਤਰੀਕਾ ਆਪਣੀ ਪ੍ਰੋਬਲਮ ਨੂੰ ਹੱਲ ਕਰਨ ਦਾ, ਆਪਣੇ ਏਮ ਤੇ ਪਹੁੰਚਣ ਦਾ। ਮੈਂ ਮਹਾਤਮਾ ਗਾਂਧੀ ਦੀ ਜਿਹੜੀ ਨਾਨ ਵਾਇਲੈਂਸ ਦੀ ਪਾਲਿਸੀ ਸੀਗੀ ਉਹਨੇ ਦੁਨੀਆ ਨੂੰ ਚੇਂਜ ਕਰ ਦਿੱਤਾ ਔਰ ਬਹੁਤ ਵੱਡੀ ਦੇਣ ਹੈ ਦੁਨੀਆ ਨੂੰ। ਪਰ ਨਾਲ ਮਹਾਤਮਾ ਗਾਂਧੀ ਨੇ ਨਾਨ ਵਾਇਲੈਂਸ ਦੀ ਵੀ ਉਹਨੇ ਕਿਹਾ ਕਿ ਇੱਕ ਵਾਰੀ ਕਿਸੇ ਨੇ ਪੁੱਛਿਆ ਕਿ ਬਈ ਜਿਹਨੂੰ ਸਵਾਲ ਉਹ 'ਤੇ ਕੀਤਾ ਤਾਂ ਉਹਨੇ ਜਵਾਬ ਦਿੱਤਾ ਆਪਣੀ ਨਾਨ ਵਾਇਲੈਂਸ ਸੋਚ ਦਾ। ਉਹ ਕਹਿੰਦਾ ਵੀ ਅਗਰ ਇੰਡੀਆ ਨੂੰ ਕੋਈ ਜਿੱਦਾਂ ਇੱਕ ਬਿੱਲੀ ਨਾ ਚੂਹੇ ਨੂੰ ਮਾਰਨ ਤੋਂ ਪਹਿਲਾਂ ਉਹਦੇ ਨਾਲ ਖੇਡਦੀ ਆ, ਅਗਰ ਕੋਈ ਮੁਲਕ ਜਾਂ ਕੋਈ ਪਾਵਰ ਇੰਡੀਆ ਨੂੰ ਦਬਾਉਣ ਲਈ ਜਾਂ ਹਿੰਦੁਸਤਾਨ ਦੇ ਲੋਕਾਂ ਨੂੰ ਦਬਾਉਣ ਲਈ ਉਹ ਬਿੱਲੀ ਦੀ ਤਰ੍ਹਾਂ ਸਾਨੂੰ ਟ੍ਰੀਟ ਕਰੇ ਤੇ ਫਿਰ ਆਈ ਵਿਲ ਚੂਜ਼ ਵਾਇਲੈਂਸ। ਗੁਰੂ ਗੋਬਿੰਦ ਸਿੰਘ ਨੇ ਵੀ ਇਹੀ ਗੱਲ ਕਹੀ ਸੀਗੀ ਕਿ ਇਫ ਆਲ ਦ ਮੀਨਸ ਫੇਲ then to pick up the sword is right। ਪਹਿਲਾਂ ਸਭ ਤੋਂ ਵੱਡਾ ਤੁਹਾਡਾ ਮੈਥਡ ਇਹ ਆ ਕਿ ਤੁਸੀਂ ਹਰ ਚੀਜ਼ ਜਿਹੜੀ ਆ ਨਾਨ ਵਾਇਲੈਂਸ ਤਰੀਕੇ ਨਾਲ ਕਰੋ। ਅਗਰ ਇੰਡੀਆ ਦੀ ਪਾਲਿਸੀ ਨਾਨ ਵਾਇਲੈਂਸ ਮਹਾਤਮਾ ਗਾਂਧੀ ਨਾ ਦਿੰਦਾ ਤੇ ਪਤਾ ਨਹੀਂ ਕਿੰਨੇ ਕੁ ਲੀਡਰ ਜਿਹੜੇ ਸੀ ਉਹ ਆਜ਼ਾਦੀ ਤੋਂ ਪਹਿਲਾਂ ਹੀ ਮਰ ਜਾਂਦੇ ਵਿਚਾਰੇ। ਇਸ ਕਰਕੇ ਨਾਨ ਵਾਇਲੈਂਸ ਦੀ ਪਾਲਿਸੀ ਜਿਹੜੀ ਆ ਇਹ ਸਭ ਤੋਂ ਬੈਸਟ ਪਾਲਿਸੀ ਆ। ਮੈਂ ਹਮੇਸ਼ਾ ਡਾਕਟਰ ਸਾਹਿਬ ਬਿਲੀਵ ਕਰਦਾ ਕਿ ਜਿਹੜੀ ਪੈਲਸਟਾਈਨ ਦੀ ਪ੍ਰੋਬਲਮ ਹੈ, ਕਈ ਦਫੇ ਮੈਂ ਇਸ ਗੱਲ ਤੇ ਗੱਲ ਕਰਨੀ ਚਾਹੀ ਆ, ਉਹ ਮਤਲਬ ਅੱਜ ਤੋਂ 50 ਸਾਲ ਪਹਿਲਾਂ ਪੈਲਸਟਾਈਨ ਦੇ ਲੀਡਰ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਵਾਇਲੈਂਸ ਨੂੰ ਚੂਜ਼ ਕਰ ਲਿਆ। ਜਿਹਨੂੰ ਹਵਾਈ ਜਹਾਜ਼ਾਂ ਨੂੰ ਹਾਈਜੈਕ ਕਰਨਾ ਸ਼ੁਰੂ ਕੀਤਾ, ਮਾਰਨੇ ਸ਼ੁਰੂ ਕਰਤੇ। ਉਸ ਤੋਂ ਬਾਅਦ ਜਿਹੜੀਆਂ ਆਹ ਵੈਸਟਰਨ ਪਾਵਰਾਂ ਸੀਗੀਆਂ ਉਹ ਮਤਲਬ ਉਸ ਵਾਇਲੈਂਸ ਨੂੰ ਉਹਨਾਂ ਦੇ ਨਾਲ ਉਹ ਨਹੀਂ ਖੜ ਸਕੇ। ਉਹਨਾਂ ਨੂੰ ਇੱਕ ਬਹਾਨਾ ਮਿਲਦਾ ਰਿਹਾ ਕਿ ਦੇਖੋ ਪੈਲਸਟਾਈਨ ਇਜ਼ਰਾਈਲ ਉੱਥੇ ਕਿੱਦਾਂ ਸਰਵਾਈਵ ਕਰ ਸਕਦਾ ਜਦ ਲੋਕੀ ਵਾਇਲੈਂਸ ਵਰਤਦੇ ਆ। ਮੇਰਾ ਆਪਣਾ ਯਕੀਨ ਹੈ ਡਾਕਟਰ ਸਾਹਿਬ ਕਿ ਅਗਰ ਪੈਲਸਟੀਨ ਦੇ ਲੋਕ ਨਾਨ ਵਾਇਲੈਂਸ ਤਰੀਕੇ ਦੇ ਨਾਲ ਐਜੀਟੇਸ਼ਨ ਕਰਦੇ ਤੇ ਅੱਜ ਉਹਨਾਂ ਦਾ ਬਹੁਤ ਸਾਰਾ ਇਲਾਕਾ ਜਿਹੜਾ ਉਹਨਾਂ ਦੇ ਕੋਲ ਹੁੰਦਾ ਔਰ ਅੱਜ ਨੂੰ ਪੈਲਸਟਾਈਨ ਮੁਲਕ ਵੀ ਇੱਕ ਮੁਲਕ ਬਣਿਆ ਹੋਇਆ ਹੁੰਦਾ। ਕਿਉਂਕਿ ਉਹ ਸਟਾਈਲ ਨੇ ਆਪੋ ਜੀ ਦੰਗਾ ਕਰਦੇ ਨੇ, ਲੜਾਈ ਝਗੜਾ ਕਰਦੇ ਨੇ। ਮੈਂ ਉਹਨਾਂ ਨੂੰ ਜੋ ਕੁਝ ਉਹਨਾਂ ਨਾਲ ਜ਼ਿਆਦਤੀ ਹੋ ਰਹੀ ਆ
ਮੈਨੂੰ ਬਹੁਤ ਤਕਲੀਫ ਹੁੰਦੀ ਆ। ਪਰ ਮੈਂ ਨਾਲ ਇਹ ਵੀ ਕਹਿਣਾ ਕਿ ਕਾਸ਼ ਇਹ ਲੋਕੀ ਅੱਜ ਤੋਂ 50 ਸਾਲ ਪਹਿਲਾਂ ਇਹਨਾਂ ਦੇ ਲੀਡਰ ਮਹਾਤਮਾ ਗਾਂਧੀ ਦੀ ਪਾਲਿਸੀ ਨੂੰ ਇਹਨਾਂ ਲੋਕਾਂ ਨੇ ਫੋਲੋ ਕੀਤਾ ਹੁੰਦਾ ਤੇ ਅੱਜ ਨੂੰ 50 ਸਾਲ ਤੋਂ ਪਹਿਲਾਂ ਇਹ ਲੋਕੀ ਆਪਣੇ ਆਜ਼ਾਦ ਹੋਏ ਹੁੰਦੇ ਔਰ ਬੜੀ ਅੱਛੀ ਜ਼ਿੰਦਗੀ ਜੀਂਦੇ ਹੁੰਦੇ ਔਰ ਇਹਨਾਂ ਦੇ ਜੋ ਅੱਜ ਇਹਨਾਂ ਦੇ ਇਲਾਕੇ ਇਹਨਾਂ ਤੋਂ ਖੋਏ ਗਏ ਆ ਉਹ ਇਹਨਾਂ ਦੇ ਪਾਸ ਹੁੰਦੇ। ਸੁਮਨ ਸਾਹਿਬ टाइम बिल्कुल खत्म हो गया। नॉन वायलेंस पर यकीन करता ठीक है सुमन साहब बहुत बहुत मेहरबानी। टाइम खत्म हो गया मेरे भी। मैं कॉलर्स तो ਜਿਹੜੇ ਵੇਟ ਸੀ ਕਰਦੇ ਉਹਨਾਂ ਤੋਂ ਹੁਣ ਤੋਂ ਹੀ ਮਾਫੀ ਮੰਗਦਾ। ਮੈਂ ਟਾਈਮ ਨਹੀਂ ਦੇ ਸਕਿਆ। ਅਗਲੇ ਹਫਤੇ ਤੁਹਾਡੇ ਲਈ ਮੈਂ ਕੋਈ ਹੋਰ ਪ੍ਰੋਗਰਾਮ ਕੋਈ ਇਹੋ ਜਿਹਾ ਲੈ ਕੇ ਆਉਂਗਾ ਤੇ ਮੈਂ ਸਾਰੇ ਕॉलर्स ਦਾ ਇੱਕ ਵਾਰੀ ਫੇਰ ਦਿਲ ਤੋਂ ਤਹਿ ਦਿਲ ਤੋਂ ਧੰਨਵਾਦੀ ਹੈਗਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਪਾਇਆ। ਹਰ ਕੋਈ ਆਪਣੇ ਆਪਣੇ ਵਿਚਾਰ ਹੈਗੇ ਆ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਉਹਦੇ ਨਾਲ ਜ਼ਰੂਰੀ ਨਹੀਂ ਮੈਂ ਸਹਿਮਤ ਹੋਵਾਂ ਜਾਣੀ ਕਿ ਜਾਂ ਕਾਂਸ਼ੀ ਟੈਲੀਵਿਜ਼ਨ ਸਹਿਮਤ ਹੋਵਾਂ। ਇਹ ਇੱਕ ਪਲੇਟਫਾਰਮ ਹੈ ਜਿੱਥੇ ਅਸੀਂ ਓਪਨ ਡਿਸਕਸ਼ਨ ਕਰਦੇ ਹੈਗੇ ਹਾਂ ਤਾਂ ਕਿ ਤੁਹਾਡੇ ਵਿਚਾਰਾਂ ਨੂੰ ਵੀ ਅਹਿਮੀਅਤ ਦਿੱਤੀ ਜਾ ਸਕੇ, ਤੁਹਾਡੇ ਵਿਚਾਰਾਂ ਨੂੰ ਇੱਕ ਦੂਜੇ ਨਾਲ ਸਾਂਝਾ ਕੀਤਾ ਜਾ ਸਕੇ। ਇਹ ਬਹੁਤ ਜ਼ਰੂਰੀ ਹੈਗਾ ਕਿ ਜਦੋਂ ਵੀ ਕਿਸੇ 'ਤੇ ਕੋਈ ਬੇਇਨਸਾਫੀ ਹੁੰਦੀ ਉਹਦੇ ਖਿਲਾਫ ਜਿਹੜਾ ਪ੍ਰੋਟੈਸਟ ਹੋਣਾ ਚਾਹੀਦਾ ਹੈਗਾ। ਇਹ ਮੌਲਿਕ ਅਧਿਕਾਰ ਹੈਗਾ, ਫੰਡਾਮੈਂਟਲ ਰਾਈਟ ਹੈਗਾ ਦੁਨੀਆ ਵਿੱਚ ਹਰ ਇੱਕ ਜਗ੍ਹਾ ਇਹ ਹੈਗਾ। ਇਹਨੂੰ ਆਪਣਾ ਬਰਕਰਾਰ ਰੱਖਾਂਗੇ ਤਾਂ ਹੀ ਤਬਦੀਲੀ ਹੁੰਦੀ ਹੈ। ਅਗਲੇ ਹਫ਼ਤੇ ਫੇਰ ਮਿਲਦੇ ਬਾਏ ਬਾਏ।